उत्तर भारत विच अत दी जुल्म दी हनेरी चल रही है। हुकूमत दा जुल्म, मुलाजमां दा खौफ, पीड़े हुए जिस्म ते बेबसी दा माहौल। लगदा है धरती काले जादू दी पकड़ विच है। रह गई गुरबत, मंदहाली, निराशा ते मायूसी। सतगुर नानक प्रगटिया, मिट्टी तुंद जग चानण होआ। गुरु नानक जी ने आसा दी वार विच दस्या है कि साडी बेबसी, मानसिकता ਅਤੇ ਮਾਲੀ ਗਰੀਬੀ ਤੇ ਲਾਚਾਰੀ ਸਾਡੀ ਨੈਤਿਕ ਗਿਰਾਵਟ ਕਰਕੇ ਹੈ। ਸਾਡਾ ਲਾਲਚ, ਅਹੰਕਾਰ, ਗੁੱਸਾ, ਆਕੜ, ਅਗਿਆਨਤਾ ਤੇ ਛੋਟੀਆਂ ਲੜਾਈਆਂ ਵਿੱਚ ਉਲਝੇ ਰਹਿਣਾ ਸਾਡੀ ਖੁਸ਼ਹਾਲੀ ਨੂੰ ਖਤਮ ਕਰ ਦਿੰਦੇ ਨੇ। ਬਾਹਰਲੀਆਂ ਤਾਕਤਾਂ ਸਾਡੀ ਨਾਸਮਝੀ, ਨੈਤਿਕ ਗਿਰਾਵਟ ਤੇ ਕਮਜ਼ੋਰੀ ਦਾ ਫਾਇਦਾ ਉਠਾਉਂਦੀਆਂ ਹਨ। ਅਸੀਂ ਅਣਜਾਣੇ ਹੀ ਹੋਰ ਦਲਦਲ ਵਿੱਚ ਧਸ ਜਾਂਦੇ ਹਾਂ। ਗੁਰੂ ਨਾਨਕ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਲੋਕਾਂ ਵਿੱਚ ਅਣਖ ਪੈਦਾ ਕੀਤੀ। ਉਹਨਾਂ ਨੇ ਆਪਣੇ ਅੰਦਰ ਹੀ ਨਹੀਂ ਬਲਕਿ ਬਾਹਰਲੀਆਂ ਤਾਕਤਾਂ ਤੋਂ ਜਿੱਤਣਾ ਸਿਖਾਇਆ। ਐਸੇ ਹਾਲਾਤਾਂ ਵਿੱਚ ਗੁਰੂ ਨਾਨਕ ਜੀ ਨੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਕੁਰੀਤੀਆਂ ਤੋਂ ਆਜ਼ਾਦ ਕਰਾਉਣ ਲਈ ਸਿੱਖ ਵਿਚਾਰਧਾਰਾ ਨੂੰ ਸਾਜਿਆ। ਗੁਰੂ ਨਾਨਕ ਜੀ ਨੇ ਸਿਖਾਇਆ ਕਿ ਸਾਡੀ ਸੋਚ ਹੀ ਸਾਡੇ ਲਈ ਖੁਸ਼ਹਾਲੀ ਲੈ ਕੇ ਆਉਂਦੀ ਹੈ। ਗੁਰੂ ਨਾਨਕ ਜੀ ਨੇ ਉਹ ਦਰਵਾਜ਼ੇ ਖੋਲ੍ਹੇ ਜਿਸ ਨੇ ਧਰਮ ਅਤੇ ਸਮਾਜ ਦੀ ਮੁਹਾਰ ਤੇ ਨੁਹਾਰ ਦੋਵੇਂ ਬਦਲ ਦਿੱਤੇ। ਜ਼ਾਲਮ ਹਕੂਮਤਾਂ ਹਮੇਸ਼ਾ ਸਿੱਖਾਂ ਨੂੰ ਸਿਰਫ ਲੁੱਟਣਾ ਹੀ ਨਹੀਂ ਬਲਕਿ ਪੂਰੀ ਤਰ੍ਹਾਂ ਮਾਰ ਕੇ ਇਹਨਾਂ ਨੂੰ ਇਤਿਹਾਸ ਤੋਂ ਮਿਟਾ ਦੇਣਾ ਚਾਹੁੰਦੀਆਂ ਹਨ। ਮੈਨੂੰ ਕਿਉਂ ਸਤਾਇਆ ਜਾ ਰਿਹਾ ਹੈ? ਸਮੇਂ ਦੇ ਜ਼ਾਲਮ ਮੇਰੇ ਪਿੱਛੇ ਕਿਉਂ ਪਏ ਰਹਿੰਦੇ ਹਨ? ਕਿਉਂਕਿ ਤੂੰ ਗੁਰੂ ਦਾ ਸਿੱਖ ਹੈ। ਮੁਗਲ ਕਹਿੰਦੇ ਸੀ, ਹਿੰਦੂ ਕਾ ਜ਼ਰ, ਸਿੱਖ ਕਾ ਸਰ। ਹਿੰਦੂ ਦੇ ਜ਼ਰ, ਜੇਵਰ ਨੂੰ ਲੁੱਟ ਲੈਣਾ ਹੀ ਕਾਫੀ ਸੀ, ਪਰ ਸਿੱਖ ਨੂੰ ਖਤਮ ਕਰਨ ਦੇ ਆਦੇਸ਼ ਹੁੰਦੇ ਸੀ। ਬਹਾਦਰ ਸ਼ਾਹ ਮੁਗਲ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਥਾਪਿਤ ਪਹਿਲੀ ਖਾਲਸਾ ਰਾਜਧਾਨੀ ਲੋਹਗੜ੍ਹ ਨੂੰ ਇਸ ਤਰ੍ਹਾਂ ਖਤਮ ਕੀਤਾ ਕਿ ਅੱਜ ਤੁਹਾਨੂੰ 3000 ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਦੇ ਖੰਡਰ ਤੇ ਇਤਿਹਾਸਕ ਰਿਕਾਰਡ ਮਿਲ ਜਾਣਗੇ, ਪਰ 300 ਸਾਲ ਪੁਰਾਣੀ ਪਹਿਲੀ ਖਾਲਸਾ ਰਾਜਧਾਨੀ ਲੋਹਗੜ੍ਹ ਦੀ ਇੱਟ ਵੀ ਨਹੀਂ ਮਿਲੇਗੀ। ਇਤਿਹਾਸ ਵਿੱਚ ਸਿੱਖ ਤੇ ਯਹੂਦੀਆਂ ਨੂੰ ਇੱਕ ਕੋਝੀ ਸਾਜ਼ਿਸ਼ ਦੇ ਅਧੀਨ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਤੇ ਉਹਨਾਂ ਦੀ ਸੋਚ ਤੇ ਫਲਸਫੇ ਨੂੰ ਖਤਮ ਕਰਨ ਦਾ ਹਰ ਯਤਨ ਕੀਤਾ ਗਿਆ। ਜ਼ਾਲਮ ਸਰਕਾਰਾਂ ਨੂੰ ਆਜ਼ਾਦ ਲੋਕਾਂ ਦੀ ਗੁਲਾਮੀ, ਉਹਨਾਂ ਦੀ ਜ਼ਮੀਨ ਤੇ ਜ਼ਮੀਨ ਨਾਲ ਜੁੜੇ ਸਰੋਤ ਚਾਹੀਦੇ ਹਨ। ਸਿੱਖ ਖਾਲਸ ਹੈ ਅਤੇ ਆਜ਼ਾਦ ਤੇ ਵਿਲੱਖਣ ਹੋਂਦ ਰੱਖਦਾ ਹੈ।
ਸਰਕਾਰਾਂ ਹਮੇਸ਼ਾ ਚਾਹੁੰਦੀਆਂ ਹਨ ਕਿ ਬੇਬਸ ਲੋਕ ਉਹਨਾਂ ਅੱਗੇ ਹੱਥ ਫੈਲਾ ਕੇ ਖੜਨ ਤੇ ਸਰਕਾਰ ਦਾ ਦਰ ਖੜਕਾਉਣ। ਸਿੱਖ ਦਾ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਫਲਸਫਾ ਸਰਕਾਰਾਂ ਨੂੰ ਇਰਰੈਲੇਵੈਂਟ ਬਣਾ ਦਿੰਦਾ ਹੈ ਅਤੇ ਖੁਸ਼ਹਾਲੀ ਲੈ ਕੇ ਆਉਂਦਾ ਹੈ। ਅਗਰ ਸਿੱਖ ਉੱਚ ਜਾਤੀ ਦੇ ਹੁਕਮ ਸਵੀਕਾਰ ਕਰੇ ਅਤੇ ਹਕੂਮਤ ਦੀ ਮੋਨੋਪੋਲੀ ਆਫ ਵਾਇਲੈਂਸ ਅੱਗੇ ਝੁਕੇ ਤਾਂ ਹਕੂਮਤ ਨਾਲ ਸਿੱਖ ਦਾ ਵੈਰ ਖਤਮ ਹੋ ਜਾਂਦਾ ਹੈ। ਪਰ ਕੀ ਤੁਹਾਨੂੰ ਮਨਜ਼ੂਰ ਹੈ ਕਿ ਜਾਤੀ ਦੇ ਨਾਮ ਤੇ ਤੁਹਾਡੇ ਬੱਚਿਆਂ ਨੂੰ ਸਦਾ ਦਬਾ ਕੇ ਰੱਖਿਆ ਜਾਏ ਤੇ ਆਪਣੇ ਹੱਕ ਮੰਗਣ ਤੇ ਹਕੂਮਤ ਹਿੰਸਾ ਕਰੇ? ਗੁਰੂ ਦਾ ਸਿੱਖ ਸਿਰਫ ਆਜ਼ਾਦ ਤੇ ਵਿਲੱਖਣ ਹਸਤੀ ਵਿੱਚ ਜੀ ਸਕਦਾ ਹੈ। ਲੁੱਟਮਾਰ, ਚਲਾਕੀ, ਜ਼ਬਰਦਸਤੀ ਤੇ ਧੱਕਾ ਕਰਨ ਵਾਲਿਆਂ ਨਾਲ ਸਿੱਖ ਹਮੇਸ਼ਾ ਮੱਥਾ ਲਾਉਂਦਾ ਰਹੇਗਾ। दगड़ दगड़ होत रहे, तगड़ तीन बजत रहे, लोहो लंगर तपत रहे साहेब कमाल के। जयकार सदा गजत रहे, पंथ सदा बढ़त रहे, झूलते निशान रहे पंथ महाराज के। सिख जिस पिंड विच वड़दे सी, पिंड दे दूजे पासे तो सारे चोर लटेरे भज जांदे सन। खालसा राज तलवार, ताकत, क्रिमिनल एक्सप्लॉयटेशन द्वारा नहीं बल्कि सुरक्षा ते खुशहाली दी बुनियाद ते वसाया गया है। हर पिंड ते हर कस्बे दे लोग सिखां दा स्वागत करदे सी क्योंकि सिख सुरक्षा ते खुशहाली लेके आउंदे सी। ਸਿੰਘ ਉਹ ਹੈ ਜੋ ਸਿੰਘਾਸਨ ਤੇ ਬੈਠੇ ਅਤੇ ਗੁਰੂ ਦੇ ਦਿੱਤੇ ਸਿਧਾਂਤ ਨਾਲ ਰਾਜ ਚਲਾਏ। ਐਸੇ ਸਿੱਖਾਂ ਦੇ ਅਜਿਹੇ ਕਿਰਦਾਰ ਦੇ ਬਲ ਤੇ ਹੀ 700 ਸਾਲ ਬਾਅਦ ਉੱਤਰ ਭਾਰਤ ਵਿੱਚ ਪਹਿਲੀ ਵਾਰ ਜ਼ਮੀਨ ਦੇ ਮੂਲ ਨਿਵਾਸੀਆਂ ਦਾ ਫਲਸਫਾ ਤੇ ਰਾਜ ਫੈਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਵਿਖੇ ਖਾਲਸਾ ਰਾਜ ਦੀ ਰਾਜਧਾਨੀ ਦੀ ਸਥਾਪਨਾ ਕੀਤੀ। ਇੱਥੇ ਸਿੱਖ ਫਲਸਫੇ ਦੀ ਲੋਅ ਹਰ ਰਾਤ ਪੂਰੇ ਉੱਤਰ ਭਾਰਤ ਵਿੱਚ ਮੀਲੋ ਮੀਲ ਹਰ ਲੋੜਵੰਦ ਨੂੰ ਬੁਲਾਵਾ ਦਿੰਦੀ ਸੀ। ਦਿੱਲੀ ਸਲਤਨਤ ਇੱਕ ਹੋਰ ਸਮਾਜਿਕ, ਆਰਥਿਕ, ਰਾਜਨੀਤਿਕ ਮਾਡਲ ਦੇ ਉਭਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਇਸ ਨਵੇਂ ਮਾਡਲ ਵਿੱਚ ਸਲਤਨਤ ਦੁਆਰਾ ਲੋਕਾਂ ਨਾਲ ਹੇਰਾਫੇਰੀ, ਚਾਲਾਂ ਅਤੇ ਲੁੱਟਮਾਰ ਕਰਨੀ ਮੁਸ਼ਕਿਲ ਸੀ। ਇਸ ਲਈ ਸਾਰਿਆਂ ਨੇ ਮਿਲ ਕੇ ਖਾਲਸਾ ਰਾਜ ਨੂੰ ਖਤਮ ਕਰਨ ਦਾ ਫੈਸਲਾ ਲਿਆ। ਦਿੱਲੀ ਸਲਤਨਤ ਨੇ ਸਿੱਖਾਂ ਅਤੇ ਲੋਹਗੜ੍ਹ ਨੂੰ ਖਤਮ ਕਰਨ ਲਈ ਬਹੁਤ ਵੱਡੀ ਮੁਗਲਾਂ ਦੀ ਫੌਜ ਭੇਜੀ। ਸਿੱਖਾਂ ਨੂੰ ਲੋਹਗੜ੍ਹ ਦੇ ਪਹਾੜੀ ਰਸਤੇ ਤੋਂ ਭੱਜਣਾ ਪਿਆ। ਫੇਰ ਮੁੜ ਕੇ ਵਾਪਸ ਆਇਆ ਹੈ ਉਹੀ ਵੇਲਾ। ਰਾਜੇ ਬਦਲਦੇ ਹਨ ਪਰ ਜਬਰ ਵਿੱਚ ਕੋਈ ਢਿੱਲ ਨਹੀਂ। ਲਾਲਚ, ਹੰਕਾਰ, ਗੁੱਸਾ, ਆਕੜ, ਅਗਿਆਨਤਾ ਤੇ ਛੋਟੀਆਂ ਲੜਾਈਆਂ ਦੀ ਦਲਦਲ ਵਿੱਚ ਅੱਜ ਵੀ ਲੋਕ ਉਲਝੇ ਹੋਏ ਹਨ। ਸੂਝਵਾਨ ਤੇ ਗਿਆਨਵਾਨ ਲੋਕ ਸਵਾਰਥ ਦੀ ਬਲੀ ਚੜ੍ਹ ਗਏ। ਸਮਝ, ਅਕਲ, ਹੁਨਰ ਸਭ ਕੁਝ ਵਿਖਾਊ ਬਣ ਰਾਹਾਂ ਵਿੱਚ ਰੁਲ ਗਏ। ਪੰਜਾਬ ਅੱਜ ਇੱਕ ਐਸੇ ਸੰਕਟ ਘਿਰ ਰਿਹਾ ਜਿੱਥੇ ਕਿਸਾਨੀ ਦਾ ਮਸਲਾ ਹੈ, ਜਿੱਥੇ UAPA ਲਾਗੂ ਕੀਤਾ ਜਾ ਰਿਹਾ ਹੈ, ਜਿੱਥੇ ਬੇਰੁਜ਼ਗਾਰੀ ਦਾ ਮਸਲਾ ਹੈ, ਜਿੱਥੇ ਪਾਣੀ ਖਰਾਬ ਹੋ ਗਿਆ, ਹਵਾ ਮਿੱਟੀ ਖਰਾਬ ਹੋ ਗਈ, ਔਰ ਜਿੱਥੇ ਪੁਲਿਸ ਦਾ ਜਿਹੜਾ ਬਜਟ ਹੈ ਉਹ ਸਿਹਤ ਸਿੱਖਿਆ ਦੇ ਨਾਲੋਂ ਜ਼ਿਆਦਾ ਹੈ। ਜਿਸ ਕਰਕੇ ਅੱਜ ਅਸੀਂ ਨਸ਼ਿਆਂ ਦੀ ਦਲਦਲ ਦੇ ਵਿੱਚ, ਬੇਰੁਜ਼ਗਾਰੀ ਦੀ ਦਲਦਲ 'ਚ ਧੱਕੇ ਜਾ ਰਹੇ ਹਾਂ। ਜਿਹੜੇ ਯੁਵਕ ਨੇ, ਯੁਵਤੀਆਂ ਨੇ, ਮੁਟਿਆਰਾਂ ਨੇ, ਗੱਭਰੂ ਨੇ, ਉਹਨਾਂ ਦੇ ਮੂੰਹ ਦੇ ਉੱਤੇ ਲਾਲੀ ਨਹੀਂ ਰਹੀ, ਉਹਨਾਂ ਦੇ ਸੁਪਨੇ ਮਰ ਗਏ ਨੇ। ਸਟੇਟ ਵੱਲੋਂ ਵਾਰ-ਵਾਰ ਜ਼ਬਰ ਕੀਤਾ ਜਾ ਰਿਹਾ ਹੈ। UAPA ਇੱਕ ਐਸਾ ਐਕਟ ਲਿਆਂਦਾ ਗਿਆ ਹੈ ਜਿਹਦੇ ਨਾਲ ਕੇਂਦਰ ਸਰਕਾਰ ਇੱਥੋਂ ਦੇ DGP ਤੋਂ ਬਿਨਾਂ ਪੁੱਛੇ ਹੀ
ਉਹਨਾਂ ਦਾ ਡੀਐਸਪੀ, ਉਹਨਾਂ ਦਾ ਐਸਐਚਓ ਕੋਈ ਵੀ ਆ ਕੇ ਕਿਸੇ ਵੀ ਨੌਜਵਾਨ ਨੂੰ ਕਿਸੇ ਵੀ ਗਤੀਵਿਧੀ ਵਾਸਤੇ ਇਹ ਕਹਿ ਕੇ ਕਿ ਇਹ ਦੇਸ਼ ਵਿਰੋਧੀ ਹੈ, ਉਹਨੂੰ ਅਰੈਸਟ ਕਰ ਸਕਦਾ ਹੈ ਔਰ ਉਹਦੀ ਬੇਲ ਵੀ ਨਹੀਂ ਹੋਣੀ, ਉਹ ਜੇਲ੍ਹ 'ਚ ਰਹੇਗਾ ਸਾਲ। ਜਿਹੜੀ ਡੈਮੋਕ੍ਰੇਸੀ ਸਾਨੂੰ ਮਿਲੀ ਸੀ ਉਹਦਾ ਵੀ ਇੱਕ ਗਲਾ ਘੁੱਟਿਆ ਗਿਆ। ਇਸ ਵੇਲੇ ਸਾਰੇ ਸੰਸਾਰ ਵਿੱਚ ਬੜੇ ਪੱਧਰ ਉੱਤੇ ਉਥਲ ਪੁਥਲ ਵਾਪਰ ਰਹੀ ਹੈ। ਗਲੋਬਲਾਈਜੇਸ਼ਨ ਦੀਆਂ ਗੱਲਾਂ ਅਸੀਂ ਕਰਦੇ ਸੀ, ਉਸ ਦੇ ਹੁਣ ਸਿੱਟੇ ਨਿਕਲਣੇ ਸ਼ੁਰੂ ਹੋਏ ਹਨ। ਇੱਕ ਨਤੀਜੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਵਰਤ ਕੇ ਲਾਭ ਉਠਾਉਂਦੇ ਹਾਂ। ਸਿੱਟੇ ਅਜਿਹੇ ਹੁੰਦੇ ਹਨ ਜਿਹੜੇ ਸਾਡੀ ਤਿਆਰੀ ਤੋਂ ਪਹਿਲਾਂ ਹੀ ਵਾਪਰ ਜਾਂਦੇ ਹਨ, ਉਹਨਾਂ ਤੋਂ ਲਾਭ ਨਹੀਂ ਉਠਾਇਆ ਜਾ ਸਕਦਾ। ਇਸ ਵੇਲੇ ਜਿਹੜੀ ਸਾਰੇ ਸੰਸਾਰ ਦੇ ਵਿੱਚ ਉਥਲ ਪੁਥਲ ਵਾਪਰ ਰਹੀ ਹੈ, ਉਸ ਦੀ ਸਾਨੂੰ ਸਮਝ ਨਹੀਂ ਹੈ। ਸਾਨੂੰ ਲੱਗ ਇਉਂ ਰਿਹਾ ਜਿਵੇਂ ਸਾਡੀ ਤਿਆਰੀ ਤੋਂ ਪਹਿਲਾਂ ਹੀ ਇੰਜਣ ਚੱਲਣ ਲੱਗ ਪਿਆ ਹੈ, ਸਾਡੀ ਤਿਆਰੀ ਤੋਂ ਪਹਿਲਾਂ ਹੀ ਪਰਿਵਰਤਨ ਵਾਪਰਨ ਲੱਗ ਪਿਆ ਹੈ। ਇਸ ਕਰਕੇ ਸਾਰੇ ਸੰਸਾਰ ਦੇ ਲੋਕ ਜਿਹੜੇ ਹਨ ਉਹ ਇਸ ਉਥਲ ਪੁਥਲ ਦੇ ਵਿੱਚ ਇਨਵੋਲਵਡ ਹਨ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਕੌਣ ਹੈ, ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ, ਇਹਨਾਂ ਘਟਨਾਵਾਂ ਦੇ ਨਾਲ ਸਾਡਾ ਸੰਬੰਧ ਕੀ ਹੈ, ਇਹ ਘਟਨਾਵਾਂ ਸਾਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਹਨ। ਹਰ ਇੱਕ ਬੰਦਾ ਜਿਹੜਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਵੱਖਰੇ ਢੰਗ ਦੇ ਨਾਲ ਡਰਿਆ ਹੋਇਆ ਹੈ। ਪਿੰਡ ਜਿਹੜੇ ਹਨ ਜਵਾਨਾਂ ਤੋਂ ਖਾਲੀ ਹੋ ਰਹੇ ਹਨ ਅਤੇ ਇਹ ਜਵਾਨ ਬੜੇ ਲੋ ਲੈਵਲ ਦੇ ਕੰਮਾਂ ਦੇ ਵਿੱਚ ਦੁਨੀਆ ਦੇ ਵਿੱਚ ਫੈਲ ਰਹੇ ਹਨ, ਜਿਸ ਦੇ ਨਾਲ ਪੰਜਾਬ ਦਾ ਵਕਾਰ ਜਿਹੜਾ ਹੈ ਉਹ ਉੱਚਾ ਹੋਣ ਦੀ ਬਜਾਏ ਮੈਨੂੰ ਖਤਰਾ ਹੈ ਕਿ ਉਹ ਨੀਵਾਂ ਹੋਵੇਗਾ। ਹਾਲਾਤ ਇੰਨੇ ਕਿਉਂ ਖਰਾਬ ਹੋ ਗਏ ਹਨ? ਕਿਉਂ ਅਸੀਂ ਗੁਰੂ ਨਾਨਕ ਜੀ ਦੀ ਸਿੱਖਿਆ ਨੂੰ ਭੁੱਲ ਗਏ ਹਾਂ? ਸਾਡੀ ਸੋਚ ਹੀ ਸਾਡੀ ਖੁਸ਼ਹਾਲੀ ਲੈ ਕੇ ਆਉਂਦੀ ਹੈ। ਬੜੀ ਵੱਡੀ ਸਾਡੀ ਅੱਜ ਦੀ ਸਮਾਜ ਦੀ ਸਮੱਸਿਆ ਹੈ ਕਿ ਹਰ ਸਮੱਸਿਆਵਾਂ ਵਿੱਚ ਅਸੀਂ ਕਿਉਂ ਘਿਰਦੇ ਜਾ ਰਹੇ ਹਾਂ, ਹਾਲਾਤ ਕਿਉਂ ਨਿਗਾਰ ਵਾਲੇ ਪਾਸੇ ਜਾ ਰਹੇ ਨੇ ਤੇ ਰਸਾਤਲ ਵਿੱਚ ਅਸੀਂ ਕਿਉਂ ਧੱਸੀ ਜਾ ਰਹੇ ਹਾਂ। ਉਸ ਦਾ ਮੁੱਖ ਕਾਰਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਨਹੀਂ ਕਰ ਰਹੇ, ਜੀਵਨ ਵਿੱਚ ਅਪਣਾ ਨਹੀਂ ਰਹੇ, ਆਪਣੇ ਅਮਲ ਵਿੱਚ ਨਹੀਂ ਢਾਲ ਰਹੇ, ਆਪਣੇ ਕਿਰਦਾਰ ਨੂੰ ਉਹ ਸਾਨੂੰ ਰੂਪ ਬਣਾ ਨਹੀਂ ਰਹੇ। ਅਸੀਂ ਬੜੇ ਸਸਤੇ ਵਿੱਚ ਵਿਕ ਜਾਂਦੇ ਹਾਂ। ਇੱਕ ਅਹੁਦਾ ਮਿਲ ਗਿਆ ਤਾਂ ਵੀ ਵਿਕ ਗਏ, ਇੱਕ ਸੀਟ ਮਨਪਸੰਦ ਦੀ ਮਿਲ ਗਈ ਤਾਂ ਵਿਕ ਗਏ। ਮੀਡੀਆ ਆਪਣੀ ਸੁੱਖ ਸੁਵਿਧਾ ਲਈ ਵਿਕ ਜਾਂਦਾ। ਮੀਡੀਆ ਅਤੇ ਹਕੂਮਤ ਜਿਹੜਾ ਪ੍ਰੋਪੇਗੰਡਾ ਤਿਆਰ ਕਰਕੇ ਮਨੁੱਖਤਾ ਨੂੰ ਆਪਣੇ ਰਾਹ ਤੋਂ ਭਟਕਾਉਂਦੀ ਹੈ, ਉਸ ਦੇ ਅੰਗੇਸਟ ਅਸੀਂ ਸਟੈਂਡ ਰੱਖਣ ਦੀ ਹਿੰਮਤ ਔਰ ਜੁਰਤ ਹੀ ਨਹੀਂ ਕਰ ਪਾਉਂਦੇ। ਇਹ ਜੁਰਤ ਔਰ ਹਿੰਮਤ ਸਾਨੂੰ ਗੁਰੂ ਨਾਨਕ ਦੀ ਫਿਲਾਸਫੀ ਦਿੰਦੀ ਹੈ, ਗੁਰੂ ਨਾਨਕ ਦਾ ਸਿਧਾਂਤ ਦਿੰਦਾ, ਜਿਸ ਨੇ ਬਾਬਰ ਨੂੰ ਜਾਬਰ ਕਹਿ ਕੇ ਆਸਾ ਲੈ ਕੇ ਹੱਥ 'ਚ ਭਾਈ ਮਰਦਾਨੇ ਨਾਲ ਰਬਾਬ ਨਾਲ ਜਾ ਕੇ ਅੜ ਗਿਆ। ਆਪਣੇ ਕੰਫਰਟ ਜ਼ੋਨ ਵਿੱਚ ਪੈਣ ਵਾਸਤੇ ਬਾਰ-ਬਾਰ ਖਾਈ ਜਾ ਰਹੇ ਹਾਂ, ਅਪਣਾਈ ਜਾ ਰਹੇ ਹਾਂ ਤੇ ਉਸੇ ਕਾਰਨ ਸਾਡੀਆਂ ਸਾਰੀਆਂ ਸਮੱਸਿਆਵਾਂ ਨਿਤ ਧੂਣ ਸਵਾਈਆਂ ਹੋ ਕੇ ਵਧਦੀਆਂ ਪਈਆਂ ਨੇ। ਗੁੰਝਲਦਾਰ ਤੇ ਕਠੋਰ ਜ਼ਿੰਦਗੀ ਲੋਕਾਂ ਨੂੰ ਥਕਾਉਂਦੀ ਹੈ। ਉਹ ਘਰ ਪਹੁੰਚ ਕੇ ਟੀਵੀ ਸਾਹਮਣੇ ਕੋਲੈਪਸ ਹੋ ਜਾਂਦੇ ਹਨ। ਸੂਟ ਪਹਿਨਣ ਤੇ ਸੂਝਵਾਨ ਲੱਗਣ ਵਾਲੇ ਲੋਕਾਂ ਦੇ ਪਰਾਯੋਜਕ ਕਾਰਜਕ੍ਰਮ ਵਿੱਚ ਉਹਨਾਂ ਦਾ ਅਟਲ ਵਿਸ਼ਵਾਸ ਹੈ। ਥੱਕਿਆ ਹੋਇਆ ਦਿਮਾਗ ਸਾਰੇ ਸਬਕੌਂਸ਼ੀਅਸ ਤੇ ਸਬਲਿਮੀਨਲ ਮੈਸੇਜ ਦਿਮਾਗ ਦੇ ਅੰਦਰ ਬਿਠਾ ਲੈਂਦਾ ਹੈ। ਅਸੀਂ ਆਪਣੇ ਹਾਲਾਤ ਬਾਰੇ ਡੂੰਘੀ ਗੱਲਬਾਤ ਹੀ ਨਹੀਂ ਕਰਦੇ। ਅਸੀਂ ਰਾਜਨੀਤੀ ਦਾ ਲੇਬਲ ਲਗਾ ਕੇ ਅਤੇ ਮਤਲੇ ਬਣ ਕੇ ਹਾਲਾਤ ਬਾਰੇ ਗੱਲ ਟਰਕਾ ਦਿੰਦੇ ਹਾਂ ਤੇ ਕਬੂਤਰ ਵਾਂਗ ਅਹਿਮ ਮਸਲਿਆਂ ਤੋਂ ਅੱਖਾਂ ਮੀਚ ਕੇ ਬੈਠ ਜਾਂਦੇ ਹਾਂ। ਅਸੀਂ ਕੀ ਖਾਣਾ ਖਾਂਦੇ ਹਾਂ, ਅਸੀਂ ਕਿੰਨੀ ਕਮਾਈ ਕਰਦੇ ਹਾਂ ਅਤੇ ਇਹ ਵੀ ਕਿ ਅਸੀਂ ਕਿਵੇਂ ਹੱਸਦੇ ਹਾਂ, ਸਭ ਰਾਜਨੀਤੀ ਤੋਂ ਪ੍ਰਭਾਵਿਤ ਹੈ। ਰਾਜਨੀਤੀ ਤੋਂ ਕੋਈ ਬਚ ਨਹੀਂ ਸਕਦਾ। ਅਸੀਂ ਮਸਲੇ ਬਣ ਕੇ ਇੰਨੀ ਵੱਡੀ ਤਾਕਤ ਸਿਆਸਤਦਾਨਾਂ ਦੇ ਹੱਥ ਛੱਡ ਦਿੱਤੀ। ਨਤੀਜਾ ਤੁਹਾਡੇ ਸਾਹਮਣੇ ਹੈ। ਜ਼ਿੰਦਗੀ ਸਾਡੀ ਨਾਸਮਝੀ ਨੂੰ ਨਹੀਂ ਬਖਸ਼ਦੀ। ਚੇਤਨ ਰਹਿਣਾ ਤੇ ਆਪਣੀ ਜ਼ਿੰਦਗੀ ਤੇ ਪਹਿਰਾ ਦੇਣਾ ਸਾਡਾ ਫਰਜ਼ ਹੈ। ਕਦੋਂ ਤੱਕ ਸਮੇਂ ਦੀਆਂ ਸਰਕਾਰਾਂ ਦੇ ਹੱਥ ਦੀ ਕਠਪੁਤਲੀ ਬਣੇ ਰਹਾਂਗੇ? ਸਿੱਖ ਦੇ ਲਹੂ ਵਿੱਚ ਰਾਜਨੀਤੀ, ਰਾਜ ਭਾਗ, ਸੂਰਬੀਰਤਾ ਦੀ ਭਾਵਨਾ ਵਹਿੰਦੀ ਹੈ। ਸਦੀਆਂ ਤੋਂ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਿੱਖ ਮੀਰੀ ਪੀਰੀ ਦੀ ਤਲਵਾਰ ਚੁੱਕ ਲੋੜਵੰਦਾਂ ਦੀ ਮਦਦ ਅਤੇ ਰਖਵਾਲੀ ਕਰਕੇ ਖੁਸ਼ ਹੁੰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਗਏ ਨੇ। ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ ਹੈ।
ਅੱਜ ਦਾ ਜਿਹੜਾ ਹਾਲਾਤ ਨੇ, ਜਿਹੜਾ ਸਮਾਂ ਉਹ ਇਸ ਤਰ੍ਹਾਂ ਦਾ ਹੈ ਕਿ ਆਪਾਂ ਨੂੰ ਪੋਲਿਟਿਕਸ ਤੋਂ, ਰਾਜਨੀਤੀ ਤੋਂ ਭੱਜਣਾ ਨਹੀਂ ਚਾਹੀਦਾ, ਪਰ ਆਪਾਂ ਨੂੰ ਬਹੁਤ ਵਧੀਆ ਸਾਫ਼ ਸੁਥਰੀ ਰਾਜਨੀਤੀ ਕਰਨੀ ਚਾਹੀਦੀ ਹੈ। ਇਹਦਾ ਮਤਲਬ ਇਹ ਹੈ ਆਪਾਂ ਨੂੰ ਜਿਹੜੀ ਆਪਣੀ ਅੰਦਰਲੀ ਚਿਣਗ ਹੈ ਉਹ ਜਗਾ ਕੇ ਰੱਖਣੀ ਚਾਹੀਦੀ ਹੈ। ਰਾਜਨੀਤੀ ਦੇ ਵਿੱਚ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਰਾਜਨੀਤੀ ਦੇ ਵਿੱਚ ਆਓ, ਸਾਫ਼ ਸੁਥਰੀ ਰਾਜਨੀਤੀ ਕਰੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਾਂ ਨੂੰ ਕਹਿ ਕੇ ਗਏ ਨੇ, ਰਾਜਨੀਤੀ ਸਿੱਖਾਂ ਦੇ ਲਹੂ ਦੇ ਵਿੱਚ ਹੈ। ਜਦ ਰਾਜਨੀਤੀ ਵਧੀਆ ਹੋਊਗੀ, ਪੰਜਾਬ ਆਪਣਾ ਖੁਸ਼ਹਾਲ ਹੋਊਗਾ, ਸਾਰਾ ਆਪਣਾ ਜਿਹੜੀ ਆਰਥਿਕਤਾ ਮਜ਼ਬੂਤ ਹੋਊਗੀ। ਜਦ ਵਧੀਆ ਇਮਾਨਦਾਰ ਬੰਦੇ ਰਾਜਨੀਤੀ 'ਚ ਆਉਣਗੇ, ਆਪਾਂ ਅੱਖਾਂ ਮੀਚ ਕੇ ਰਾਜਨੀਤਿਕ ਲੋਕਾਂ ਦੇ ਮਗਰ ਲੱਗ ਗਏ, ਕਬੂਤਰ ਬਣ ਗਏ ਆਪਾਂ, ਔਰ ਉਹਨਾਂ ਨੂੰ ਮੂਹਰੇ ਟੋਕਿਆ ਨਹੀਂ, ਤਾਂ ਇਸ ਕਰਕੇ ਪੰਜਾਬ ਅੱਜ ਨਿਗਾਰ ਵੱਲ ਨੂੰ ਗਿਆ। ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਰਾਜਨੀਤੀ ਦੇ ਵਿੱਚ ਆਓ, ਸਾਫ਼ ਸੁਥਰੀ ਰਾਜਨੀਤੀ ਕਰੀਏ, ਔਰ ਜਿਹੜੇ ਆਪਣੇ ਫਲਸਫੇ ਨੇ ਉਹਨਾਂ ਨੂੰ ਅਪਣਾ ਕੇ ਆਪਾਂ ਅੱਗੇ ਵਧੀਏ। ਸਾਡਾ ਭਰਮ ਹੈ ਕਿ ਪੰਜਾਬ ਲਈ ਕੁਝ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਸੁਧਾਰਨ ਦਾ ਕੋਈ ਰਸਤਾ ਹੈ। ਇਹ ਬਿਲਕੁਲ ਗਲਤ ਹੈ। ਸਾਡੀਆਂ ਮੁਸੀਬਤਾਂ ਦਾ ਹੱਲ ਉੱਭਰੇਗਾ ਜਦੋਂ ਸਾਡਾ ਮਨ ਪੱਖਪਾਤ ਤੇ ਨਫ਼ਰਤ ਤੋਂ ਮੁਕਤ ਹੋਏਗਾ। ਆਪਾਂ ਦੇਖੋ ਦੇਖ ਕੋਠੀਆਂ ਵਾਲੇ ਪਾਸੇ ਨੂੰ, ਗੱਡੀਆਂ ਵਾਲੇ ਪਾਸੇ ਨੂੰ ਆਪਾਂ ਤੁਰ ਪਏ। ਆਪਾਂ ਨੂੰ ਆਪਣਾ ਜਿਹੜਾ ਜੀਵਨ ਆ ਉਹ ਸਾਦਾ ਜੀਵਨ ਜਿਉਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਾਂ ਨੂੰ ਬਿਲਕੁਲ ਸਾਦਾ ਜੀਵਨ ਜਿਉਣ ਲਈ ਕਿਹਾ ਸੀ। ਉਹ ਕਹਿ ਕੇ ਗਏ ਸੀ ਕਿ ਸਾਦਗੀ ਦੇ ਵਿੱਚ ਰੱਬ ਵਸਦਾ ਹੈ। ਅੱਜ ਦੇਖੋ ਆਪਾਂ ਦੇਖੋ ਦੇਖ ਇੱਕ ਬੰਦਾ ਸਾਈਕਲ ਤੇ ਸਾਈਕਲ ਲੈਣ ਜੋਗਾ, ਉਹਨੂੰ ਦੇਖ ਕੇ ਮੋਟਰਸਾਈਕਲ ਲੈਂਦਾ, ਕੋਈ ਬੜਬੜੀਆਂ ਆਪਾਂ ਗੱਡੀਆਂ ਲੈਂਦੇ ਆ, ਆਪਣੇ ਸਿਰ ਕਰਜ਼ਾ ਚੜ ਰਿਹਾ ਔਰ ਆਪਾਂ ਕਰਜ਼ਈ ਹੁੰਦੇ ਜਾ ਰਹੇ ਹਾਂ। ਜਦ ਬੰਦਾ ਕਰਜ਼ਈ ਹੋ ਜਾਂਦਾ ਫਿਰ ਉਹ ਕੋਈ ਸੰਘਰਸ਼ ਨਹੀਂ ਕਰ ਸਕਦਾ। ਵੱਡੀਆਂ ਕੋਠੀਆਂ ਪਾ ਲੀਆਂ ਕਰਜ਼ੇ ਚੱਕ ਕੇ, ਔਰ ਅੱਜ ਆਪਾਂ ਨੂੰ ਹੋ ਕੀ ਗਿਆ, ਆਪਾਂ ਜਾ ਕਿੱਧਰ ਨੂੰ ਰਹੇ ਹਾਂ। ਅੱਜ ਦੇਖੋ ਆਪਾਂ ਅਖੰਡ ਪਾਠ ਸਾਹਿਬ ਕਰਾਉਣੇ ਆ, ਅਖੰਡ ਪਾਠ ਸਾਹਿਬ ਦੀ ਬਾਣੀ ਸੁਣਦੇ ਨਹੀਂ ਤੇ 3-3 4-4 ਲੱਖ ਰੁਪਈਆ ਅਖੰਡ ਪਾਠ ਸਾਹਿਬ ਦੇ ਭੋਗਾਂ ਤੇ ਲਾ ਦਿੰਦੇ ਆ, ਜਿਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਵਿਆਹ ਦੇਖ ਲਓ, 25-25 30-30 ਲੱਖ 40-40 ਲੱਖ ਵਿਆਹਾਂ ਤੇ ਲਾ ਦਿੰਦੇ ਆ। ਇਹ ਵੀ ਬਹੁਤ ਗਲਤ ਹੈ। ਆਪਾਂ ਨੂੰ ਆਪਣਾ ਸਾਦਾ ਜੀਵਨ ਜਿਉਣਾ ਚਾਹੀਦਾ। ਜਿੰਨੀ ਆਪਣੀ ਚਾਦਰ ਹੈ ਉਨੇ ਕੁ ਪੈਰ ਪਸਾਰਨੇ ਚਾਹੀਦੇ ਨੇ। ਜਿਹੜਾ ਕਰਜ਼ਾ ਹੈ ਨਾ, ਇਹ ਬੰਦੇ ਦੀ ਜਿਹੜੀ ਮਾਨਸਿਕਤਾ ਉਹਨੂੰ ਗੁਲਾਮ ਬਣਾ ਦਿੰਦਾ। ਜਦ ਤੁਸੀਂ ਕਰਜ਼ਈ ਹੋਗੇ ਫਿਰ ਤੁਸੀਂ ਇੱਕ ਤਰ੍ਹਾਂ ਇਸ ਸਿਸਟਮ ਦੇ ਗੁਲਾਮ ਹੋ ਜਾਂਦੇ ਹੋ। ਜਦ ਤੁਹਾਡੇ ਸਿਰ ਕਰਜ਼ਾ ਨਹੀਂ ਨਾ, ਫਿਰ ਤੁਸੀਂ ਸੰਘਰਸ਼ ਕਰ ਸਕਦੇ ਹੋ, ਆਪਣੀ ਕੌਮ ਲਈ ਲੜ ਸਕਦੇ ਹੋ। ਸਾਡੀਆਂ ਮੁਸ਼ਕਲਾਂ ਦੀ ਜੜ ਉਹੀ ਹੈ ਜੋ 550 ਸਾਲ ਪਹਿਲਾਂ ਸੀ। ਸਾਨੂੰ ਵਾਪਸ ਗੁਲਾਮ ਬਣਾਉਣਾ ਚਾਹੁੰਦੇ ਹਨ ਅਤੇ ਸਾਡੀ ਧਰਤੀ ਅਤੇ ਇਸਦੇ ਸਰੋਤਾਂ ਨੂੰ ਖੋਹ ਲੈਣਾ ਚਾਹੁੰਦੇ ਹਨ। ਸਾਡੀ ਨੈਤਿਕ ਵਿਗਾੜ, ਜਿਓਪੋਲਿਟੀਕਲ ਬਲੰਡਰ, ਜਨਸੰਖਿਆ ਬਦਲਣੀ, ਛੋਟੀ ਸੋਚ ਵਾਲੇ ਗੱਦਾਰ ਲੀਡਰ ਅਤੇ ਸਥਿਤੀ ਦਾ ਫਾਇਦਾ ਉਠਾਉਂਦੀਆਂ ਭਾਰੀ ਤਾਕਤਾਂ ਕਰਕੇ 75 ਸਾਲ ਵਿੱਚ ਸਿੱਖ ਦਾ ਪ੍ਰਭਾਵ ਪਹਿਲਾਂ ਨਾਲੋਂ 10% ਰਹਿ ਗਿਆ ਹੈ। ਇਸ ਦਾ ਨਤੀਜਾ ਹੈ ਕਿ ਪੰਜਾਬ ਰੋਜ਼ਾਨਾ ਨਸਲਕੁਸ਼ੀ ਦੇ ਚੱਕਰ ਵਿੱਚੋਂ ਲੰਘ ਰਿਹਾ ਹੈ ਅਤੇ ਦੁੱਖ ਦਾ ਸੰਤਾਪ ਹੰਢਾ ਰਿਹਾ ਹੈ। ਜਿੰਨਾ ਬਜਟ ਪੰਜਾਬ ਦਾ ਰੂਰਲ ਡਿਵੈਲਪਮੈਂਟ ਅਤੇ ਵਾਟਰ ਸਪਲਾਈ, ਸੈਨੀਟੇਸ਼ਨ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਉੱਤੇ ਲੱਗਦਾ ਹੈ, ਉਸ ਤੋਂ ਜ਼ਿਆਦਾ ਵੱਡਾ ਪੁਲਿਸ ਬਜਟ ਹੈ। ਲੋਕਤੰਤਰ ਵਿੱਚ 2% ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਗੱਲਾਂ ਦੀ ਸਮਝ ਹਰ ਸਿੱਖ ਨੂੰ ਹੋਣੀ ਜ਼ਰੂਰੀ ਹੈ, ਕਿਉਂਕਿ ਘੱਟ ਗਿਣਤੀ ਦੇ ਲੋਕਾਂ ਦੀ ਨਾਸਮਝੀ ਉਹਨਾਂ ਦੀ ਨਸਲਕੁਸ਼ੀ ਕਰ ਸਕਦੀ ਹੈ। ਸਮਾਂ ਆ ਗਿਆ ਹੈ ਕਿ ਅਸੀਂ ਦੂਰ ਦੀ ਸੋਚੀਏ ਤੇ ਜੀਓਪੋਲਿਟਿਕਸ ਦੇ ਆਧਾਰ ਤੇ ਫੈਸਲੇ ਲਈਏ। ਗੁਰੂ ਨਾਨਕ ਨੇ ਬੋਲਣ ਦੀ ਆਜ਼ਾਦੀ ਦਿੱਤੀ, ਤਾਂ ਹੀ ਬਾਬਰ ਦੇ ਅੱਗੇ ਜਾਬਰ ਕਹਿ ਕੇ ਅੜ ਗਿਆ ਗੁਰੂ ਨਾਨਕ। ਅੱਜ ਕੱਲ ਕੀ ਹੋ ਰਿਹਾ? ਅੱਜ ਕੱਲ ਇਸ ਆਜ਼ਾਦੀ ਨੂੰ ਖੋਹ ਲਿਆ ਗਿਆ। ਤੁਸੀਂ ਹਕੂਮਤ ਦਾ ਧੂਤਾ ਬਣ ਕੇ ਬੋਲੋ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਜਿਸ ਵੇਲੇ ਤੁਸੀਂ ਸਮਾਜ ਨੂੰ, ਵਿਵਸਥਾ ਨੂੰ, ਪ੍ਰਸ਼ਾਸਨ ਨੂੰ, ਹਕੂਮਤ ਨੂੰ, ਅਮੀਰਾਂ ਨੂੰ ਜਾਂ ਆਪਣੇ ਹੀ ਅਦਾਰਿਆਂ ਨੂੰ ਸ਼ੀਸ਼ਾ ਦਿਖਾਉਣ ਨੂੰ ਦੀ ਵਾਸਤੇ ਬੋਲੋ ਤੇ ਉਹ ਤੁਹਾਡੇ ਅੱਗੇ ਉਸੇ ਵੇਲੇ ਮੁਕੱਦਮੇ ਦਰਜ ਕਰ ਦਿੰਦੇ ਨੇ।
ਇਹ ਸਾਰੇ ਮੁਕੱਦਮੇ ਤੁਹਾਨੂੰ ਦਬਾਉਣ ਵਾਸਤੇ ਦਰਜ ਹੁੰਦੇ ਨੇ, ਸਿਆਸੀ ਹੁੰਦੇ ਨੇ, ਗੈਰ ਕਾਨੂੰਨੀ ਹੁੰਦੇ ਨੇ, ਭਾਰਤ ਦੇ ਸੰਵਿਧਾਨ ਦੇ ਅਨੁਸਾਰ ਵੀ ਗਲਤ ਹੁੰਦੇ ਨੇ, ਮਨੁੱਖੀ ਅਧਿਕਾਰਾਂ ਦੇ ਚਾਰਟਰ ਦੇ ਹਿਸਾਬ ਨਾਲ ਵੀ ਗਲਤ ਹੁੰਦੇ ਨੇ। ਆਓ ਬੋਲਣ ਦੀ ਆਜ਼ਾਦੀ ਨਾਲ ਜੁੜੀਏ, ਬੋਲਾਂਗੇ ਤਾਂ ਹੀ ਆਪਣੇ ਹੱਕ ਹਾਸਲ ਕਰਾਂਗੇ। ਜੇ ਦੜ ਵੱਟ ਜਾਾਂਗੇ ਗੁਲਾਮ ਬਣ ਜਾਾਂਗੇ। ਜਾਇਜ਼ ਨਾਜਾਇਜ਼ ਦੀ ਲੜਾਈ ਤਾਂ ਖਤਮ ਹੋ ਚੁੱਕੀ ਹੈ। ਹੁਣ ਤਾਂ ਆਪਣਾ ਫਾਇਦਾ ਤੇ ਸਿਆਸਤ ਦਾ ਮਸਲਾ ਹੈ। ਇਸ ਵਾਤਾਵਰਣ ਵਿੱਚ ਛਾਤਰ ਦਿਮਾਗ ਵਾਲੇ ਸੂਝਵਾਨ ਲੋਕ ਛੱਡ ਕੇ ਚਲੇ ਜਾਂਦੇ ਹਨ। ਸਾਡਾ ਇਹ ਵਿਸ਼ਵਾਸ ਠੀਕ ਨਹੀਂ ਕਿ ਕਿਸੇ ਦੇ ਕੁਝ ਗਲਤ ਬੋਲਣ ਤੇ ਹੀ ਦੰਗੇ ਹੋ ਸਕਦੇ ਹਨ। ਕੀ ਸਭ ਤੋਂ ਵੱਡੇ ਦੰਗੇ ਤੇ ਘੱਲੂਘਾਰੇ ਕਿਸੇ ਆਮ ਆਦਮੀ ਦੇ ਬੋਲਣ ਤੇ ਹੀ ਹੁੰਦੇ ਹਨ? ਕੀ ਉਹ ਸਰਕਾਰ, ਸਿਆਸੀ ਪਾਰਟੀਆਂ ਤੇ ਪੁਲਿਸ ਦੀ ਰਜ਼ਾਮੰਦੀ ਨਾਲ ਨਹੀਂ ਹੁੰਦੇ? ਫਿਰ ਤੁਸੀਂ ਕਿਸੇ ਦੇ ਬੋਲਣ ਤੇ ਪਰਚਾ ਕਰਕੇ ਕਿਹੜੀ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਸਾਡੇ ਦੇਸ਼ ਵਿੱਚ ਆਮ ਤੌਰ ਤੇ ਇਹ ਪ੍ਰਸ਼ਨ ਖੜਾ ਹੋ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਕੁਝ ਕਹਿਣ ਦੇ ਬਦਲੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹਨਾਂ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਹੈ। ਜੇਕਰ ਕੋਈ ਕਿਸੇ ਮੁੱਖ ਮੰਤਰੀ ਬਾਰੇ ਕੋਈ ਗੱਲ ਕਰੇ, ਕੋਈ ਪ੍ਰਧਾਨ ਮੰਤਰੀ ਦੇ ਬਾਰੇ ਗੱਲ ਕਰੇ, ਤਾਂ ਉਸ ਨੂੰ ਹੋਰ ਧਾਰਾਵਾਂ ਦੇ ਅਧੀਨ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਹੈ। ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਕਈ ਵਾਰੀ ਉਸ ਉੱਤੇ ਮਨੀ ਲਾਂਡਰਿੰਗ ਦੇ ਕੇਸ ਚਲਾਏ ਜਾਂਦੇ ਹਨ। ਕਈ ਵਾਰੀ ਕੋਈ ਹੋਰ ਇਨਕਮ ਟੈਕਸ ਵਾਲੇ ਉਸ 'ਤੇ ਛਾਪੇ ਮਾਰਨ ਲੱਗ ਪੈਂਦੇ ਹਨ। ਕਹਿਣ ਤੋਂ ਭਾਵ ਇਹ ਹੈਗਾ ਕਿ ਇਸ ਵੇਲੇ ਬੋਲਣ ਦੀ ਆਜ਼ਾਦੀ ਨਹੀਂ ਹੈ। ਤੇ ਅਮਰੀਕਾ ਦੀ ਤਰੱਕੀ ਦਾ ਮੁੱਖ ਕਾਰਨ ਇਹ ਹੈ ਕਿ ਉੱਥੇ ਬੋਲਣ ਦੀ ਆਜ਼ਾਦੀ ਹੈ। ਉੱਥੇ ਜੇਕਰ ਤੁਸੀਂ ਅਮਰੀਕਨ ਝੰਡੇ ਨੂੰ ਅੱਗ ਲਾ ਦਿਓ ਤਾਂ ਉਹ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ, ਕਿਉਂਕਿ ਇਹ ਉਹਨਾਂ ਦੀ ਐਕਸਪ੍ਰੈਸ਼ਨ ਆਫ ਫਰੀडम ਹੈਗਾ। ਤੁਸੀਂ ਦੇਖੋ, ਇੰਗਲੈਂਡ ਦੇ ਵਿੱਚ ਦੇਸ਼ ਧਰੋਹ ਦਾ ਕਾਨੂੰਨ ਨਹੀਂ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦੇਸ਼ ਧਰੋਹ ਦਾ ਕਾਨੂੰਨ ਨਹੀਂ ਹੈ, ਪਰੰਤੂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦਾ ਬਣਾਇਆ ਹੋਇਆ ਕਾਨੂੰਨ। ਉਸ ਵੇਲੇ ਅਸੀਂ ਪ੍ਰੋਟੈਸਟ ਕਰਦੇ ਰਹੇ ਕਿ ਇਹ ਕਾਨੂੰਨ ਖਤਮ ਹੋਣਾ ਚਾਹੀਦਾ ਹੈ। ਹੁਣ ਜਦੋਂ ਸਾਡੀ ਆਪਣੀ ਸਰਕਾਰ ਹੈ, ਅਸੀਂ ਉਸ ਕਾਨੂੰਨ ਨੂੰ ਖਤਮ ਕਰਨ ਦੀ ਬਜਾਏ ਉਸ ਨੂੰ ਅੰਗਰੇਜ਼ਾਂ ਨਾਲੋਂ ਵੀ ਵਧੇਰੇ ਤੀਬਰਤਾ ਦੇ ਨਾਲ ਆਪਣੇ ਹੀ ਲੋਕਾਂ ਦੇ ਖਿਲਾਫ ਵਰਤ ਰਹੇ ਹਾਂ। ਇਹ ਪੜ੍ਹੇ ਲਿਖੇ ਸੱਭਿਆਚਾਰਕ ਸੂਝਵਾਨ ਲੋਕਾਂ ਨੂੰ ਸੱਦਾ ਹੈ। ਪੜ੍ਹੇ ਲਿਖੇ ਸੱਭਿਆਚਾਰਕ ਸੂਝਵਾਨ ਲੋਕ ਉੱਚੀ ਬੋਲੀ ਲਗਾਉਣ ਵਾਲੇ ਦੀ ਸੇਵਾ ਵਿੱਚ ਜੁਟੇ ਹਨ। ਸਮਾਜ ਦੀਆਂ ਇਹ ਅੱਗਾਂ ਤੁਹਾਡੇ ਘਰ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੀਆਂ ਹਨ, ਸੁਆਹ ਕਰ ਰਹੀਆਂ ਹਨ। ਤੁਸੀਂ ਆਪਣੀਆਂ ਮੁਸ਼ਕਲਾਂ ਤੋਂ ਭੱਜ ਨਹੀਂ ਸਕਦੇ। ਮੁਸ਼ਕਲਾਂ ਨਾ ਜੰਗਲਾਂ ਨੂੰ ਭੱਜ ਗਏ ਤੇ ਨਾ ਹੀ ਕੈਨੇਡਾ ਅਮਰੀਕਾ ਜਾ ਕੇ ਦੂਰ ਹੁੰਦੀਆਂ ਹਨ। ਕੌਮ ਨੂੰ ਤੁਹਾਡੀ ਲੋੜ ਹੈ, ਪਰ ਆਪਾਂ ਕਦੋਂ ਸਮਝਾਂਗੇ ਕਿ ਕੌਮ ਦੀ ਸੇਵਾ ਵਿੱਚ ਹੀ ਪੜ੍ਹੇ ਲਿਖੇ ਸੱਭਿਆਚਾਰਕ ਸੂਝਵਾਨ ਲੋਕਾਂ ਦੀ ਮੁਕਤੀ ਹੈ। ਪਿਛਲੇ ਕਈ ਸਾਲਾਂ ਵਿੱਚ ਪੜ੍ਹੇ ਲਿਖੇ ਸੱਭਿਆਚਾਰਕ ਸੂਝਵਾਨ ਲੋਕ ਸਾਇੰਸ ਤੇ ਕਾਰਪੋਰੇਸ਼ਨ ਦੀ ਸੇਵਾ ਵਿੱਚ ਜੁਟ ਗਏ ਹਨ। ਉਸ ਖੇਤਰ ਦਾ ਕਿੰਨਾ ਵਿਕਾਸ ਹੋਇਆ ਤੁਹਾਡੇ ਸਾਹਮਣੇ ਹੈ। ਸਿਆਸਤਦਾਨ ਤੇ ਆਰਥਿਕ ਮੁਸੀਬਤਾਂ ਦਾ ਹਰ ਕੰਮ ਵਿੱਚ ਹੁੰਦੀਆਂ ਹਨ, ਪਰ ਪੜ੍ਹੇ ਲਿਖੇ ਸੱਭਿਆਚਾਰਕ ਸੂਝਵਾਨ ਲੋਕ ਸਭ ਮੁਸੀਬਤਾਂ ਦਾ ਹੱਲ ਕੱਢਦੇ ਹਨ। ਉਹਨਾਂ ਦਾ ਤਰੀਕਾ ਹੋਰ ਹੈ। ਉਹਨਾਂ ਦੀ ਬੋਲਣ ਦੀ ਆਜ਼ਾਦੀ ਤੇ ਸੁਰੱਖਿਆ ਕੌਮ ਦੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਬੁਲਾਓ, ਉਹ ਜ਼ਰੂਰ ਆਉਣਗੇ। ਲੋਕ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਰੁੱਝੇ ਰਹਿੰਦੇ ਹਨ। ਉਹਨਾਂ ਕੋਲ ਸੋਚਣ ਦਾ ਸਮਾਂ ਨਹੀਂ ਹੁੰਦਾ। ਇਸ ਲਈ ਉੱਚੇ ਕਿਰਦਾਰ ਦੇ ਆਗੂ ਹਰ ਲੈਵਲ ਤੇ ਚੁਣਨੇ ਬਹੁਤ ਜ਼ਰੂਰੀ ਹਨ। ਇਹ ਸਾਡੀ ਜ਼ਿੰਮੇਵਾਰੀ ਹੈ। ਜਦ ਸਾਡਾ ਕਿਰਦਾਰ ਸਿੱਖਦਾ ਹੋਵੇਗਾ ਤਾਂ ਦੁਨੀਆ ਸਾਡਾ ਸਤਿਕਾਰ ਕਰੇਗੀ ਤੇ ਸਾਡੇ ਨੇਤਾ ਤੇ ਆਗੂ ਹਰ ਲੈਵਲ ਤੇ ਲਾਇਕ ਹੋਣਗੇ। ਸਿੱਖ ਫਲਸਫੇ ਦਾ ਦਾਇਰਾ ਧਰਮ ਨਾਲੋਂ ਵੱਧ ਹੈ। ਸਿੱਖ ਫਲਸਫੇ ਨੂੰ ਸਿਰਫ ਸਿੱਖਾਂ ਦਾ ਸਮਝਣ ਦੀ ਗਲਤੀ ਨਾ ਕਰਿਓ। ਸਿੱਖ ਫਲਸਫਾ ਇਸ ਧਰਤੀ ਦੇ ਸਾਰੇ ਧਰਮਾਂ ਦੇ ਅਸਲੀ ਮੂਲ ਨਿਵਾਸੀਆਂ ਦਾ ਪਹਿਲਾ ਤੇ ਆਖਰੀ ਪਰਖਿਆ ਹੋਇਆ ਮੁਕੰਮਲ ਸਮਾਜਿਕ, ਆਰਥਿਕ, ਰਾਜਨੀਤਿਕ ਮਾਡਲ ਹੈ।
ਸਿੱਖ ਧਰਮ ਨੇ ਕਦੇ ਵੀ ਦੂਸਰੇ ਧਰਮ ਨੂੰ ਠੇਸ ਨਹੀਂ ਪਹੁੰਚਾਈ। ਧਰਮ ਦੀ ਸਿਆਸਤ ਖੇਡਣ ਵਾਲੇ ਤੋੜ ਮਰੋੜ ਕੇ ਆਪਣੇ ਫਾਇਦੇ ਲਈ ਗਲਤ ਮਤਲਬ ਕੱਢਦੇ ਹਨ। ਸਿਆਸਤਦਾਨ ਨੂੰ ਜੇ ਧਰਮ ਨਹੀਂ ਮਿਲੇਗਾ ਤਾਂ ਉਹ ਜਾਤੀ ਜਾਂ ਦੇਸ਼ ਦੇ ਨਾਮ ਤੇ ਲੋਕਾਂ ਵਿੱਚ ਫੁੱਟ ਪਾਉਣਗੇ। ਪੰਜਾਬ ਦੀ ਇੱਕ ਖੁਸ਼ਕਿਸਮਤੀ ਹੈ ਕਿ ਇੱਥੇ ਇੱਕ ਐਸਾ ਫਲਸਫਾ ਜਿਹੜਾ ਦੁਨੀਆ ਦੇ ਵਿੱਚ ਬਹੁਤ ਉੱਚਾ ਹੈ, ਜਿਹੜਾ ਮਨੁੱਖਤਾ ਨੂੰ ਮਨੁੱਖ ਬਣਾ ਕੇ ਜੀਣਾ ਸਿਖਾਉਂਦਾ ਹੈ, ਉਹ ਸਿੱਖ ਫਲਸਫਾ ਹੈ। ਸਿੱਖ ਫਲਸਫੇ ਦੇ ਵਿੱਚ ਕੋਈ ਸਿੱਖਾਂ ਵਾਸਤੇ ਨਹੀਂ ਹੈ, ਇਹ ਹਰ ਇਨਸਾਨ ਵਾਸਤੇ ਹੈ, ਹਰ ਧਰਮ ਵਾਸਤੇ ਹੈ, ਹਰ ਜਾਤ ਵਾਸਤੇ ਹੈ, ਹਰ ਖਿੱਤੇ ਵਾਸਤੇ ਹੈ। ਇਹ ਬਰਾਬਰਤਾ ਦਾ ਫਲਸਫਾ ਹੈ, ਇਹ ਲੋਕਾਂ ਨੂੰ ਰੋਟੀ ਦੇਣ ਵਾਲਾ ਫਲਸਫਾ ਹੈ, ਇਹ ਕੁਦਰਤ ਦੇ ਨਾਲ ਇਕਮਿਕ ਹੋ ਕੇ ਰਹਿਣ ਵਾਲਾ ਫਲਸਫਾ ਹੈ, ਇਹ ਹਰ ਇੱਕ ਨੂੰ ਸਭੇ ਸਾਂਝੀ ਵਾਲ ਸਦਾਇਨ ਦਾ ਫਲਸਫਾ ਹੈ। ਇਸ ਕਰਕੇ ਇਸ ਫਲਸਫੇ ਦੇ ਨਾਲ, ਇਸ ਫਲਸਫੇ ਦੇ ਸਹਾਰੇ ਤੁਰ ਕੇ ਸਾਡੀ ਸਿਹਤ ਵੀ ਚੰਗੀ ਹੋਏਗੀ, ਸਾਡਾ ਮਨ ਵੀ ਚੰਗਾ ਹੋਏਗਾ, ਸਾਡੀ ਰੂਹਾਨੀ ਤਾਕਤ ਵੀ ਚੰਗੀ ਹੋਏਗੀ ਅਤੇ ਸਾਡਾ ਭਾਈਚਾਰਾ ਵੀ ਚੰਗਾ ਹੋਏਗਾ। ਇਸ ਫਲਸਫੇ ਦੇ ਆਧਾਰ 'ਤੇ ਅਸੀਂ ਕੁਦਰਤ ਨਾਲ ਇੱਕ ਸੁਰਤਾ ਵਾਲਾ ਵਿਕਾਸ ਕਰਦੇ ਹੋਏ, ਕੁਦਰਤੀ ਸੋਮਿਆਂ ਨੂੰ ਬਚਾਉਂਦੇ ਹੋਏ ਅਸੀਂ ਅੱਗੇ ਵੱਧ ਸਕਦੇ ਹਾਂ। ਬੇਸਿਕ ਗੱਲ ਹੈਗੀ ਹੈ ਕਿ ਅਸੀਂ ਸਿੱਖ ਇਤਿਹਾਸ ਨੂੰ ਪੜ੍ਹੀਏ, ਪੜ੍ਹਨ ਤੋਂ ਬਾਅਦ ਉਸ ਨੂੰ ਸਮਝੀਏ, ਫਿਲਾਸਫੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ, ਧਾਰਨ ਕਰਨ ਤੋਂ ਬਾਅਦ ਉਵੇਂ ਦਾ ਕਿਰਦਾਰ ਬਣਾ ਕੇ ਅਮਲੀ ਸਮਾਜ ਦਾ ਨਿਰਮਾਣ ਕਰੀਏ, ਤਾਂ ਹੀ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ। ਜਦ ਤੱਕ ਇਸ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਅਮਲ ਵਿੱਚ ਤੇ ਸਮਾਜ ਦੇ ਜੀਵਨ ਅਮਲ ਵਿੱਚ, ਰਾਜ ਦੇ ਜੀਵਨ ਅਮਲ ਵਿੱਚ, ਵਿਸ਼ਵ ਵਿਦਿਆਲਿਆਂ ਦੇ ਜੀਵਨ ਅਮਲ ਵਿੱਚ, ਕਾਰਪੋਰੇਟ ਘਰਾਣਿਆਂ ਦੇ ਜੀਵਨ ਅਮਲ ਵਿੱਚ ਸਥਾਪਿਤ ਨਹੀਂ ਕਰਦੇ, ਉਦੋਂ ਤੱਕ ਅਜਿਹਾ ਰਾਜ ਬਣ ਨਹੀਂ ਸਕਦਾ। ਤੇ ਰਾਜ ਬਣਾਉਣ ਵਾਸਤੇ ਸਾਨੂੰ ਰਾਜ ਵਿਵਸਥਾ ਵਿੱਚ ਵੀ ਇਹੋ ਸਿਧਾਂਤ ਅਮਲੀ ਰੂਪ ਵਿੱਚ ਅਪਣਾਉਣੇ ਪੈਣੇ। ਪੰਜਾਬ ਦੇ ਵਿੱਚ ਪਿਛਲੇ 400 ਸਾਲਾਂ ਦੇ ਵਿੱਚ ਕੁਝ ਵੀ ਨਵਾਂ ਸੋਚਿਆ ਨਹੀਂ ਗਿਆ, ਕੁਝ ਵੀ ਨਵਾਂ ਕੀਤਾ ਨਹੀਂ ਗਿਆ। ਅਸੀਂ ਖਾਣ ਪੀਣ ਵਾਲੀ ਕੋਈ ਨਵੀਂ ਡਿਸ਼ ਜਿਹੜੀ ਹੈ ਤਿਆਰ ਨਹੀਂ ਕਰ ਸਕੇ, ਇੰਟਰੋਡਿਊਸ ਨਹੀਂ ਕਰ ਸਕੇ। ਮਤਲਬ ਕਿ ਸਾਡੇ ਉਹੀ ਲੋਕ ਹਨ, ਉਹੀ ਵਿਚਾਰ ਹਨ ਜਿਹੜੇ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਲੋਕਾਂ ਨੂੰ ਪਰੋਸੇ ਜਾ ਰਹੇ ਹਨ, ਉਹੀ ਕੁਝ ਦੁਹਰਾਇਆ ਜਾ ਰਿਹਾ ਹੈ। ਦੁਹਰਾਓ ਦੇ ਨਾਲ ਵਿਕਾਸ ਨਹੀਂ ਵਾਪਰਦਾ ਹੁੰਦਾ। ਇਹ ਜਿਹੜੇ ਪੰਜਾਬ ਦੇ ਮੁੰਡੇ ਜਿਹੜੇ ਬਾਹਰ ਜਾ ਰਹੇ ਹਨ, ਇਹ ਅਸਲ ਵਿੱਚ ਉਹ ਹਨ ਜਿਨ੍ਹਾਂ ਨੂੰ ਨਵੇਂ ਵਿਚਾਰਾਂ ਦੀ, ਨਵੇਂ ਢੰਗਾਂ ਦੀ, ਨਵੇਂ ਕਿੱਤਿਆਂ ਦੀ, ਨਵੇਂ ਪ੍ਰੋਫੈਸ਼ਨਸ ਦੀ ਲੋੜ ਹੈ। ਜੇਕਰ ਇਹਨਾਂ ਨੂੰ ਲਾਓਗੇ, ਮਿਸਾਲ ਦੇ ਤੌਰ 'ਤੇ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਪਿਤਾ ਆਇਆ ਸੀਗਾ, ਉਸ ਦੀ ਪ੍ਰੋਬਲਮ ਇਹ ਸੀ ਕਿ ਮੇਰਾ ਪੁੱਤਰ ਖੇਤੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਿਹਾ। ਮੈਂ ਕਿਹਾ ਉਹ ਨਹੀਂ ਲਵੇਗਾ ਕਿਉਂਕਿ ਉਹ ਪੜ੍ਹ ਗਿਆ, ਉਸ ਨੂੰ ਕੋਈ ਨਵਾਂ ਕੰਮ ਦਿਓ। ਕਹਿੰਦਾ ਕੀ ਨਵਾਂ ਕੰਮ ਦਿਆਂ ਮੈਂ ਉਹਨਾਂ ਨੂੰ? ਮੈਂ ਕਿਹਾ ਤੁਸੀਂ ਘੋੜੇ ਪਾਲੋ, ਘੋੜੇ ਪਾਲੋਗੇ ਤਾਂ ਉਹ ਉਸ ਫਾਰਮ ਨੂੰ ਸੰਭਾਲੇਗਾ। ਜੇ ਤੁਸੀਂ ਢਾਬਾ ਚਲਾਉਂਦੇ ਹੈਗੇ ਉਹ ਆਪਣੇ ਪੁੱਤਰ ਨੂੰ ਹੋਟਲ ਦਾ ਸੰਕਲਪ ਦਿਓ, ਉਹ ਹੋਟਲ ਨੂੰ ਸੰਭਾਲ ਲਵੇਗਾ, ਪਰੰਤੂ ਤੁਹਾਡੇ ਢਾਬੇ 'ਤੇ ਬੈਠਣਾ ਪਸੰਦ ਨਹੀਂ ਕਰੇਗਾ। ਕਹਿਣ ਤੋਂ ਭਾਵ ਹੈਗਾ ਕਿ ਸਾਡੇ ਕੋਲ ਇਸ ਵੇਲੇ ਕੋਈ ਵੀ ਚੀਜ਼, ਕੋਈ ਵੀ ਮਸ਼ੀਨ ਅਜਿਹੀ ਨਹੀਂ ਹੈ ਜਿਹੜੀ ਅਸੀਂ ਆਪ ਬਣਾਈ ਹੋਵੇ। ਅਸੀਂ ਜੁਗਾੜ ਦੀ ਪੱਧਰ ਤੱਕ ਪਹੁੰਚੇ ਹੈਗੇ। ਅਸੀਂ ਜੁਗਾੜ ਦੀ ਪੱਧਰ ਤੱਕ ਜਿਹੜਾ ਨਾ ਉਹ ਗੱਲ ਤਾਂ ਕਰਦੀ ਜਾ ਸਕਦੀ ਹੈ, ਪਰੰਤੂ ਉਸ ਨੂੰ ਅਪਣਾਇਆ ਨਹੀਂ ਜਾ ਸਕਦਾ। ਸੋ ਸਾਡੇ ਵਿੱਚ ਅਮੀਰੀ ਕਿਸ ਪੱਖ ਤੋਂ ਆਏਗੀ? ਜਿਹੜੇ ਪੰਜਾਬੀ ਬਾਹਰ ਜਾਂਦੇ ਹਨ ਉਹ ਜਾਂ ਖੇਤਾਂ ਦੇ ਵਿੱਚ ਫਲ ਤੋੜਨ ਦਾ ਕੰਮ ਕਰਦੇ ਹਨ, ਜਾਂ ਟਰੱਕ ਚਲਾਉਂਦੇ ਹਨ, ਜਾਂ ਸਟੋਰਾਂ ਦੇ ਵਿੱਚ ਨੀਵੀਂ ਪੱਧਰ ਦੇ ਕੰਮ ਕਰਦੇ ਹਨ। ਇਹਦੇ ਨਾਲ ਸਾਡਾ ਵਿਕਾਸ ਨਹੀਂ ਵਾਪਰੇਗਾ। ਵਿਕਾਸ ਤਾਂ ਵਾਪਰਦਾ ਹੁੰਦਾ ਜਦੋਂ ਨਵੇਂ ਵਿਚਾਰ ਆਉਂਦੇ ਹਨ, ਨਵੇਂ ਪ੍ਰੋਫੈਸ਼ਨ ਆਉਂਦੇ ਹਨ। ਪਰੰਤੂ ਲੋੜ ਇਹ ਹੈ ਕਿ ਉਹ ਵਾਤਾਵਰਣ ਪੈਦਾ ਕੀਤਾ ਜਾਵੇ ਜਿਸ ਵਾਤਾਵਰਣ ਦੇ ਵਿੱਚ ਲੋਕ ਪਰਿਵਰਤਨ ਨੂੰ ਪ੍ਰਵਾਨ ਹੀ ਨਾ ਕਰਨ, ਉਸ ਨੂੰ ਅਪਣਾਉਣ ਹੀ ਨਾ ਕਰਨ, ਉਸ ਤੋਂ ਲਾਭ ਹੀ ਨਾ ਉਠਾਉਣ। ਉਸ ਵਾਸਤੇ ਦੁਨੀਆ ਹੋਰਾਂ ਵਾਸਤੇ ਮਾਡਲ ਵੀ ਬਣਨ। ਇਸ ਵੇਲੇ ਸਮੱਸਿਆ ਜਿਹੜੀ ਹੈ ਅਸਲ, ਉਹ ਹੈ ਡਿਸਿਪਲਿਨ ਦੀ ਘਾਟ ਦੀ। ਡਿਸਿਪਲਿਨ ਤੋਂ ਬਿਨਾਂ ਅਜੋਕੀ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਕੀਤਾ ਜਾ ਸਕਦਾ। ਮੈਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ ਰਿਹਾ ਹਾਂ। ਜੇਕਰ ਇਮਤਿਹਾਨਾਂ ਦੀਆਂ ਡੇਟਸ ਫਿਕਸ ਨਾ ਕੀਤੀਆਂ ਜਾਣ ਤੇ ਵਿਦਿਆਰਥੀਆਂ ਨੂੰ ਕਿਹਾ ਜਾਵੇ ਕਿ ਤੁਹਾਡੇ ਇਮਤਿਹਾਨ ਉਦੋਂ ਲੈ ਲਏ ਜਾਣਗੇ ਜਦੋਂ ਤੁਹਾਡੀ ਤਿਆਰੀ ਹੋ ਜਾਏ, ਸਾਨੂੰ ਦੱਸਣਾ, ਤਾਂ 10 ਸਾਲ ਇਮਤਿਹਾਨ ਨਹੀਂ ਹੋਣਗੇ। ਡਿਸਿਪਲਿਨ ਜਿਹੜਾ ਹੈ ਉਹ ਬੜਾ ਜ਼ਰੂਰੀ ਹੈਗਾ।
ਡਿਸਪਲਿਨ ਤੋਂ ਅਸੀਂ ਭਾਵ ਆਮ ਤੌਰ ਤੇ ਸਮੇਂ ਤੋਂ ਲੈਂਦੇ ਹੈਗੇ ਆ ਵੀ ਸਮਾਂ ਜਿਹੜਾ ਹੈ ਨਾ ਉਸ ਦੇ ਅਨੁਸਾਰ ਬੰਦਾ ਚੱਲੇ। ਸਮੇਂ ਅਨੁਸਾਰ ਡਿਸਪਲਿਨ ਜਿਹੜਾ ਹੈ ਨਾ ਉਹ ਡਿਸਪਲਿਨ ਦਾ ਇੱਕ ਕਿਸਮ ਹੈ। ਡਿਸਪਲਿਨ ਕਮਾਉਣ ਦੇ ਵਿੱਚ, ਡਿਸਪਲਿਨ ਖਰਚਣ ਦੇ ਵਿੱਚ, ਡਿਸਪਲਿਨ ਬਚਾਉਣ ਦੇ ਵਿੱਚ, ਡਿਸਪਲਿਨ ਦੂਜਿਆਂ ਦੇ ਰਿਸ਼ਤੇ ਦੇ ਵਿੱਚ, ਪਿਆਰ ਵੀ ਡਿਸਪਲਿਨ ਤੋਂ ਬਿਨਾਂ ਨਹੀਂ ਚੱਲਦਾ। ਸੋ ਡਿਸਪਲਿਨ ਦੀ ਘਾਟ ਦੇ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਪ੍ਰਾਪਤੀਆਂ ਦਾ ਪੱਧਰ ਬਹੁਤ ਨੀਵਾਂ ਹੈ। ਸੋ ਡਿਸਪਲਿਨ ਜਿਹੜਾ ਹੈ ਉਹ ਲੈਂਗੁਏਜ ਦੇ ਵਿੱਚ ਹੁੰਦਾ ਹੈ, ਬੋਲਣ ਦੇ ਵਿੱਚ ਹੁੰਦਾ ਹੈ। ਤੁਸੀਂ ਧਿਆਨ ਨਾਲ ਬੋਲੋਗੇ, ਧਿਆਨ ਨਾਲ ਸੁਣੇ ਜਾਓਗੇ, ਧਿਆਨ ਨਾਲ ਬੋਲੋਗੇ ਤਾਂ ਹੀ ਸੋਚ ਸਕੋਗੇ, ਤਾਂ ਹੀ ਸੋਚਣ ਤੋਂ ਬਾਅਦ ਤੁਹਾਡੀ ਗੱਲ ਜਿਹੜੀ ਹੈ ਉਸ ਦੇ ਵਿੱਚ, ਮਿਸਾਲ ਦੇ ਤੌਰ 'ਤੇ ਜਦੋਂ ਕਿਸੇ ਸਮੱਸਿਆ ਦਾ ਸਾਹਮਣਾ ਹੁੰਦਾ ਹੈ ਤਾਂ ਉਸ ਵੇਲੇ ਜਿਹੜੀ ਚੀਜ਼ ਸਭ ਤੋਂ ਵੱਧ ਕੰਮ ਆਉਂਦੀ ਹੈ ਉਹ ਡਿਸਪਲਿਨ ਹੁੰਦਾ। ਜਿਨ੍ਹਾਂ ਲੋਕਾਂ ਦੇ ਬੋਲਣ ਦਾ ਮੁੱਲ ਪੈਂਦਾ ਉਹ ਘੱਟ ਬੋਲਦੇ ਹਨ, ਘੱਟ ਬੋਲਣ ਕਰਕੇ ਉਹਨਾਂ ਦਾ ਮੁੱਲ ਪੈਂਦਾ ਹੈਗਾ। ਸੋ ਕੌਮਾਂ ਜਿਹੜੀਆਂ ਹਨ ਉਹ ਉਦੋਂ ਤਰੱਕੀ ਕਰਦੀਆਂ ਹਨ ਜਦੋਂ ਉਹਨਾਂ ਦੇ ਵਿੱਚ ਡਿਸਪਲਿਨ ਆਉਂਦਾ ਹੈਗਾ। ਡਿਸਪਲਿਨ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ। ਡਿਸਪਲਿਨ ਹੈ ਸਮੇਂ ਦਾ, ਖਾਣ ਪੀਣ ਦਾ, ਕੰਮ ਦਾ, ਸੌਣ ਜਾਗਣ ਦਾ, ਕਿਸੇ ਨੂੰ ਮਿਲਣ ਦਾ। ਸਾਡੇ ਇੱਥੇ ਵਕਤ ਦੀ ਪਾਬੰਦੀ ਤਾਂ ਹੈ ਹੀ ਨਹੀਂ, ਸਾਡੇ ਵਕਤ ਦੀ ਪਾਬੰਦੀ ਹੀ ਨਹੀਂ ਹੈ। ਇੱਥੇ ਲੈਣ ਦੇਣ ਵੀ ਬੜਾ ਬੇਤਰਤੀਬਾ ਹੈ। ਤੁਸੀਂ ਕਿਸੇ ਨੂੰ ਪੈਸੇ ਦੇ ਦਿਓ, ਹਰ ਬੰਦੇ ਦੇ ਕਿਸੇ ਨਾ ਕਿਸੇ ਨੇ ਪੈਸੇ ਮਾਰੇ ਹੋਏ ਆ, ਰਿਸ਼ਤੇਦਾਰਾਂ ਨੇ ਮਾਰੇ ਹੋਏ ਆ, ਦੋਸਤਾਂ ਨੇ ਮਾਰੇ ਹੋਏ ਆ। ਉਹ ਬੈਂਕ ਤੋਂ ਕਰਜ਼ਾ ਲੈ ਲਿਆ ਜਾਂਦਾ, ਵਾਪਸ ਨਹੀਂ ਕੀਤਾ ਜਾਂਦਾ। ਸੋ ਇਹ ਸਾਰੀਆਂ ਅਲਾਮਤਾਂ ਜਿਹੜੀਆਂ ਹਨ ਡਿਸਪਲਿਨ ਦੀ ਘਾਟ ਕਰਕੇ ਹਨ। ਡਿਸਪਲਿਨ ਦੀ ਘਾਟ ਕਰਕੇ ਕੋਈ ਵੀ ਸਮਾਜ, ਕੋਈ ਵੀ ਪਰਿਵਾਰ, ਕੋਈ ਵੀ ਵਿਅਕਤੀ ਤਰੱਕੀ ਨਹੀਂ ਕਰ ਸਕਦਾ। ਡਿਸਪਲਿਨ ਦਾ ਹੁੰਦਾ ਕਰਤੱਵ ਪਾਲਣਾ, ਆਪਣੇ ਆਪ ਤੇ ਕੰਟਰੋਲ ਕਰਨਾ, ਆਪਣੇ ਖਾਣ ਪੀਣ ਤੇ ਕੰਟਰੋਲ ਕਰਨਾ, ਆਪਣੇ ਆਰਾਮ ਤੇ ਕੰਟਰੋਲ ਕਰਨਾ। ਸੋ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਕੋਈ ਚੀਜ਼ ਸਮੇਂ ਸਿਰ ਕਿਸੇ ਨੂੰ ਡਿਲੀਵਰ ਕਰੋਗੇ ਤਾਂ ਉਹ ਪ੍ਰੋਗਰੈਸ ਕਰੇਗੀ। ਇਹ ਦਰਜੀਆਂ ਦਾ ਕੰਮ ਕਿਉਂ ਖਤਮ ਹੋ ਗਿਆ? ਦਰਜੀ ਗੇੜੇ ਮਰਾਉਂਦੇ ਸੀਗੇ, ਗੇੜੇ ਮਰਾਉਂਦੇ ਸੀ। ਤੁਸੀਂ 4 ਕਮੀਜ਼ਾਂ ਉਹਨਾਂ ਨੂੰ ਦਿਓ ਬਣਨ ਵਾਸਤੇ, 2 ਠੀਕ ਹੋਣਗੀਆਂ, 2 ਵੱਡੀਆਂ ਛੋਟੀਆਂ ਬਣਾ ਲੈਣਗੇ। ਡਿਸਪਲਿਨ ਨਹੀਂ ਹੈ, ਮਤਲਬ ਕਹਿੰਦੇ ਸਟੈਂਡਰਡਾਈਜੇਸ਼ਨ ਨਹੀਂ ਹੈ। ਸਟੈਂਡਰਡਾਈਜੇਸ਼ਨ ਨਾ ਹੋਣ ਕਰਕੇ ਉਹੀ ਪ੍ਰੋਬਲਮਸ ਪੈਦਾ ਹੁੰਦੀਆਂ ਹੈਗੀਆਂ। ਇਸੇ ਕਰਕੇ ਲੋਕ ਜਿਹੜੇ ਹਨ ਰੈਡੀਮੇਡ ਕੱਪੜੇ ਖਰੀਦਦੇ ਹਨ, ਗਏ, ਖਰੀਦੇ, ਪਾਏ ਅਤੇ ਉਹਨਾਂ ਨੂੰ ਵਰਤਿਆ। ਜਿਨ੍ਹਾਂ ਲੋਕਾਂ ਨੇ ਤਰੱਕੀ ਕੀਤੀ ਹੈ, ਤੁਸੀਂ ਵੇਖਣਾ ਉਹਨਾਂ ਦੀ ਤਰੱਕੀ ਦਾ ਇੱਕ ਕਾਰਨ ਉਹਨਾਂ ਦੀ ਜ਼ਿੰਦਗੀ ਦਾ ਡਿਸਪਲਿਨ ਹੈ। ਸਾਡੇ ਦੇਸ਼ ਦੇ ਵਿੱਚ ਧਰਮ ਦਾ ਬੋਲਬਾਲਾ ਹੈ। ਪੰਜਾਬ ਦੇ ਵਿੱਚ ਲੋਕਾਂ ਦੀ ਧਰਮ ਦੇ ਵਿੱਚ ਬੜੀ ਡੂੰਘੀ ਸ਼ਰਧਾ ਹੈ। ਜੇਕਰ ਤੁਸੀਂ ਧਿਆਨ ਨਾਲ ਵੇਖੋ ਤਾਂ ਅਸੀਂ ਕੇਵਲ ਗੁਰਦੁਆਰੇ ਦੇ ਵਿੱਚ ਠੀਕ ਵਿਹਾਰ ਕਰਦੇ ਹਾਂ। ਗੁਰਦੁਆਰੇ ਦੇ ਵਿੱਚ ਅਸੀਂ ਇਨਸਾਨਾਂ ਵਾਲਾ ਵਿਹਾਰ ਕਰਦੇ ਹਾਂ। ਗੁਰਦੁਆਰੇ ਦੇ ਵਿੱਚ ਕੋਈ ਆਕੜ ਨਹੀਂ ਦਿਖਾਉਂਦਾ। ਗੁਰਦੁਆਰੇ ਦੇ ਵਿੱਚ ਹਰ ਬੰਦੇ ਵਿੱਚ ਨਿਮਰਤਾ ਹੁੰਦੀ ਹੈ, ਉਹ ਨਿਮਰਤਾ ਦਿਖਾਉਂਦਾ ਹੈ। ਸੋ ਇਸੇ ਤਰੀਕੇ ਨਾਲ ਸਾਰੇ ਕੰਮਾਂ ਨੂੰ ਧਾਰਮਿਕ ਕੰਮ ਸਮਝ ਕੇ, ਐਥੀਕਲ ਢੰਗ ਦੇ ਨਾਲ, ਪਵਿੱਤਰ ਢੰਗ ਦੇ ਨਾਲ, ਸ਼ੁਭ ਇੱਛਾ ਦੇ ਨਾਲ, ਸਦਭਾਵਨਾ ਦੇ ਨਾਲ, ਇਮਾਨਦਾਰੀ ਦੇ ਨਾਲ। ਇਮਾਨਦਾਰੀ ਸ਼ਬਦ ਜਿਹੜਾ ਨਾ ਈਮਾਨ ਤੋਂ ਬਣਿਆ ਹੈਗਾ, ਇਹ ਮਤਲਬ ਕਿ ਧਰਮ ਤੋਂ ਬਣਿਆ ਸ਼ਬਦ ਹੈ ਕਿ ਧਾਰਮਿਕ ਭਾਵਨਾ ਦੇ ਨਾਲ ਜਿਹੜਾ ਹੈ ਵਪਾਰ ਕਰਨਾ ਹੈਗਾ। ਸੋ ਇਹ ਬੜਾ ਜ਼ਰੂਰੀ ਹੈ। ਧਰਮ ਜਿਹੜਾ ਹੈ ਉਹ ਸਾਨੂੰ ਡਿਸਪਲਿਨ ਦੀ ਅਗਵਾਈ ਦੇ ਸਕਦਾ ਹੈ। ਧਰਮ ਦਾ ਪ੍ਰਭਾਵ ਹੈ, ਉਸ ਪ੍ਰਭਾਵ ਨੂੰ ਵਰਤ ਕੇ ਸਾਨੂੰ ਪੰਜਾਬ ਦੇ ਵਿੱਚ ਚੇਂਜ ਲਿਆਉਣੀ ਚਾਹੀਦੀ ਹੈ। देखो ग्रेटेस्ट बलंडर सिखां तो होया, हिस्टोरिक बलंडर आई वुड से कि 1947 ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਆ ਉਹਨਾਂ ਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਸੀ ਕੀ ਹੋਣ ਵਾਲਾ। ਉਹ ਓਰਲ ਪ੍ਰੋਮਿਸਿਸ ਦੇ ਉੱਤੇ ਦੇ ਕਮਿਟਡ ਦੈਮਸੈਲਵਸ ਔਰ ਉਸ ਦਾ ਖਮਿਆਜ਼ਾ ਅੱਜ ਤੱਕ ਸਿੱਖ ਭੁਗਤ ਰਹੇ ਆ। ਸਿੰਸ 1947 ਜਿਹੜਾ ਸਿੱਖ ਦੀ ਪੋਜੀਸ਼ਨ ਇਸ ਮੁਲਕ ਦੇ ਵਿੱਚ ਕੀ ਹੈ, ਸਿੱਖ ਇਜ਼ ਅ ਵਿਕਟਮ ਐਂਡ ਆਲਸੋ ਐਨ ਅਕਿਊਜ਼ਡ। ਸਿੱਖ ਤੇ ਜ਼ੁਲਮ ਵੀ ਹੋ ਰਿਹਾ, ਸਿੱਖ ਤੇ ਅਤਿਆਚਾਰ ਵੀ ਹੋ ਰਿਹਾ, ਸਿੱਖ ਨਾਲ ਡਿਸਕ੍ਰਿਮੀਨੇਸ਼ਨ ਵੀ ਹੋ ਰਿਹਾ ਹਰ ਲੈਵਲ ਦੇ ਉੱਤੇ।
ਸਮਾਜਿਕ ਲੈਵਲ ਦੇ ਉੱਤੇ, ਧਾਰਮਿਕ ਲੈਵਲ ਦੇ ਉੱਤੇ, ਇਕਨੋਮਿਕ ਲੈਵਲ ਦੇ ਉੱਤੇ, ਪੋਲੀਟੀਕਲ ਲੈਵਲ ਦੇ ਉੱਤੇ। ਔਰ ਉਹਨੂੰ ਬਲੇਮ ਵੀ ਕੀਤਾ ਜਾ ਰਿਹਾ, ਉਹਨੂੰ ਕਿਹਾ ਜਾ ਰਿਹਾ ਵੀ ਇਹੀ ਜ਼ਿੰਮੇਵਾਰ ਆ। ਇਸ ਗੱਲ ਦੀ ਜਿਹੜੀ ਬਲੰਡਰ ਹੋਈ 1947 ਦੇ ਵਿੱਚ, ਉਸ ਦਾ ਖਮਿਆਜ਼ਾ 75 ਈਅਰਸ ਕੰਟੀਨਿਊਸਲੀ ਸਿੱਖ ਭੁਗਤ ਰਹੇ ਆ। ਉਹ ਡੈਮੋਕ੍ਰੇਸੀ ਨਹੀਂ ਸੀ, ਉਹ ਮੈਜੋਰੀਟੇਰੀਅਨਿਜ਼ਮ ਹੈ। ਔਰ ਮੈਜੋਰੀਟੇਰੀਅਨਿਜ਼ਮ ਆਪਣਾ ਅੱਜ ਦੇ ਮਤਲਬ ਸੰਦਰਭ ਦੇ ਵਿੱਚ, ਅੱਜ ਦੇ ਕੰਟੈਕਸਟ ਦੇ ਵਿੱਚ, ਉਹ ਆਪਣਾ ਜਿਹੜਾ ਪੋਲੀਟੀਕਲ ਤੇ ਸੋਸ਼ਲ ਤੇ ਰਿਲੀਜੀਅਸ ਜਿਹੜਾ ਉਹਨਾਂ ਦਾ ਪੁਆਇੰਟ ਆਫ ਵਿਊ ਇੰਪੋਜ਼ ਕਰ ਰਹੇ ਆ ਔਨ ਦੀ ਮਾਈਨੋਰਟੀਜ਼। ਅੱਜ ਸਾਰੀ ਦੁਨੀਆ ਦੇ ਵਿੱਚ ਇਹ ਜੱਗ ਜ਼ਾਹਰ ਹੋ ਚੁੱਕਿਆ ਕਿ ਕਿਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਜਿਹੜੀ ਮਾਈਨੋਰਟੀਜ਼ ਆ ਉਹਨਾਂ ਨਾਲ ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਕਿਸ ਕਿਸਮ ਦੀ ਉਹਨਾਂ ਦੀ ਇਕਨੋਮਿਕ ਐਕਸਪਲੋਇਟੇਸ਼ਨ ਹੁੰਦੀ ਹੈ, ਕਿਸ ਕਿਸਮ ਦੀ ਉਹਨਾਂ ਦਾ ਰਿਪਰੈਸ਼ਨ ਹੋ ਰਿਹਾ ਫਰੋਮ ਆਲ ਅਕਾਊਂਟਸ। ਔਰ ਸਾਰੇ ਜੋ ਪ੍ਰੋਮਿਸਿਸ ਕੀਤੇ ਗਏ ਸੀ, they have thrown all the promises given to the Sikhs into the dustbin। ਔਰ ਉਹਨਾਂ ਨੇ ਇਹ ਗੱਲ ਇੱਕੋ ਸੈਂਟੈਂਸ ਕਹਿ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਗੱਲ ਮੁਕਾਤੀ ਜਦੋਂ ਉਹਨੂੰ ਰਿਮਾਈਂਡ ਕਰਾਇਆ ਵੀ ਭਾਈ ਆਹ ਪ੍ਰੋਮਿਸਿਸ ਕੀਤੇ ਸੀ ਤੁਸੀਂ ਸਿੱਖਾਂ ਨਾਲ। ਉਸਨੇ ਕਿਹਾ ਨਾਓ ਸਰਕਮਸਟੈਂਸਿਸ ਹੈਵ ਚੇਂਜਡ, ਹੁਣ ਹਾਲਾਤ ਬਦਲ ਚੁੱਕੇ ਹੈ। ਤੋ ਇਸ ਗੱਲ ਦਾ, ਆਪਣੇ ਬਲੰਡਰ ਦਾ ਪਹਿਲੀ ਵਾਰ ਰੀਅਲਾਈਜੇਸ਼ਨ ਸਿੱਖ ਲੀਡਰਸ਼ਿਪ ਨੂੰ ਹੋਈ ਕਿ ਇਸ ਕਿਸਮ ਦੀਆਂ ਜਿਹੜੀਆਂ ਕਮਿਟਮੈਂਟਾਂ ਉਹ ਮੈਟਰ ਨਹੀਂ ਕਰਦੀਆਂ। ਤੁਹਾਨੂੰ ਆਪਣੀ ਕੋਈ ਨਾ ਕੋਈ ਇਸ ਕਿਸਮ ਦਾ ਰਾਜ ਐਸਟੈਬਲਿਸ਼ ਕਰਨਾ ਚਾਹੀਦਾ ਸੀ। ਤੁਹਾਡਾ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ ਔਰ ਅੰਗਰੇਜ਼ਾਂ ਨੇ ਜਾਣ ਲੱਗੇ ਤੁਸੀਂ ਉਹਨਾਂ ਤੋਂ ਕੁਝ ਲੈ ਵੀ ਨਹੀਂ ਸਕੇ। ਕੁਝ ਇਸ ਕਿਸਮ ਦਾ ਖਿੱਤਾ ਹੁੰਦਾ ਜਿੱਥੇ ਸਿੱਖ ਪੁਆਇੰਟ ਆਫ ਵਿਊ, ਸਿੱਖ ਦਾ ਜਿਹੜਾ ਵਰਲਡ ਵਿਊ ਆ, ਉਹ ਦੁਨੀਆ ਦੇ ਵਿੱਚ ਜੱਗ ਜ਼ਾਹਰ ਹੁੰਦਾ, ਜਿਸ ਤਰ੍ਹਾਂ ਸਿੱਖਾਂ ਨੇ ਕਰਕੇ ਦਿਖਾਇਆ। ਤੋ ਉਸ ਪੁਆਇੰਟ ਆਫ ਵਿਊ ਦੀ ਅੱਜ ਜ਼ਰੂਰਤ ਹੈ, ਸਿੱਖਾਂ ਲਈ ਵੀ ਜ਼ਰੂਰਤ ਆ, ਦੁਨੀਆ ਦੇ ਵਿੱਚ ਜਿਹੜੀਆਂ ਸਪਰੈਸ ਤੇ ਐਕਸਪਲੋਇਟਡ ਮਾਈਨੋਰਟੀਜ਼ ਆ ਉਹਨਾਂ ਲਈ ਵੀ ਜ਼ਰੂਰੀ ਹੈ। ਸਾਡੀ ਜਿਹੜੀ ਰਿਸਪੌਂਸਿਬਿਲਿਟੀ ਹੈ ਟੂਵਰਡਸ ਹਿਊਮੈਨਿਟੀ ਹੈ। ਅਸੀਂ ਯੂਨੀਵਰਸਲ ਸਾਲਵੇਸ਼ਨ ਲਈ ਕੰਮ ਕਰਨਾ, ਨਾ ਕਿ ਪਰਸਨਲ ਇੰਡੀਵਿਜੂਅਲ ਸਾਲਵੇਸ਼ਨ ਦੇ ਲਈ। ਤੋ ਇਸ ਕਰਕੇ ਉਹ ਗੱਲ ਜਿਹੜੀ ਸੀ ਸਾਡੀ ਲੀਡਰਸ਼ਿਪ ਦੀ ਜਿਹੜੀ ਫੇਲਰ ਆ, ਉਹ ਬੜੀ ਬਦਕਿਸਮਤੀ ਵਾਲੀ ਫੇਲਰ ਆ। ਔਰ ਉਹਦੇ ਜਿਹੜੇ ਕੰਸੀਕੁਐਂਸਿਸ ਆ ਅੱਜ ਸਾਰਾ ਸਿੱਖ ਜਗਤ ਹੀ ਨਹੀਂ ਭੁਗਤ ਰਿਹਾ, ਬਲਕਿ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਨੂੰ ਵੀ ਸਿੱਖਾਂ ਨੇ ਰਾਹਤ ਦੇਣੀ ਸੀ, ਉਹਨਾਂ ਨੂੰ ਵੀ ਸਿੱਖਾਂ ਨੇ ਅਪਲਿਫਟ ਕਰਨਾ ਸੀ, ਉਹਨਾਂ ਨੂੰ ਵੀ ਸਿੱਖਾਂ ਦੀ ਸਪੋਰਟ ਦੀ ਜ਼ਰੂਰਤ ਸੀ। ਉਹ ਵੀ ਵਿਚਾਰੇ ਸਫਰ ਕਰ ਰਹੇ ਆ। ਤੋ ਅਸੀਂ ਗੁਰੂ ਦਾ ਜਿਹੜਾ ਆਸ਼ਾ ਹੈ, ਜਿਹੜੀ ਗੁਰੂ ਦੀ ਮਤਲਬ ਆਈਡੀਅਲਿਜ਼ਮ ਦੀ ਫੁਲਫਿਲਮੈਂਟ ਹੈ, ਉਸ ਨੂੰ ਅਸੀਂ ਪੂਰਾ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਸਾਡੀ ਲੀਡਰਸ਼ਿਪ ਇਸ ਗੱਲ ਲਈ ਜ਼ਿੰਮੇਵਾਰ ਆ ਔਰ ਉਹ ਨਲਾਇਕ ਵੀ ਸੀ, ਇਨਕੰਪੀਟੈਂਟ ਵੀ ਸੀ, ਔਰ ਉਹ ਗੱਲ ਸਮਝ ਨਹੀਂ ਸਕੀ ਕਿ ਕੀ ਹੋਣ ਵਾਲਾ ਇਸ ਮੁਲਕ ਦੇ ਵਿੱਚ। ਔਰ ਖ਼ਾਸ ਤੌਰ ਤੇ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ, ਉਹਨਾਂ ਦੀ ਮਾਨਸਿਕਤਾ ਨੂੰ ਉਹਨਾਂ ਨੇ ਇੱਕਦਮ ਨਹੀਂ ਸਮਝਿਆ, ਕਿਉਂਕਿ ਉਹਨਾਂ ਦੇ ਵਿੱਚ ਇਸ ਕਿਸਮ ਦਾ ਇੰਟੈਲੈਕਟ ਨਹੀਂ ਸੀ, ਇਸ ਕਿਸਮ ਦੀ ਅੰਡਰਸਟੈਂਡਿੰਗ ਨਹੀਂ ਸੀ। ਤੋ ਕੱਲੀ ਓਨੈਸਟੀ ਨਹੀਂ ਕੰਮ ਕਰਦੀ, ਓਨੈਸਟੀ ਦੇ ਨਾਲ ਤੁਹਾਡਾ ਇੰਟੈਲੈਕਟ ਵੀ ਕੰਮ ਕਰਦਾ। ਵਰਲਡ ਵਿਊ ਕੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਉਸ ਵੇਲੇ ਸਿੱਖਾਂ ਨੂੰ ਸਮਝਣਾ ਚਾਹੀਦਾ ਸੀ। ਇਜ਼ਰਾਈਲ ਨੇ ਮਾਈਨੋਰਿਟੀ ਸਟੇਟ ਬਣਾਈ, ਜਿਊਜ਼ ਨੇ ਮਾਈਨੋਰਿਟੀ ਸਟੇਟ ਬਣਾਈ। ਉਹ ਸਾਹਮਣੇ ਜਦੋਂ ਆਈ 1948 ਦੇ ਵਿੱਚ, ਉਸ ਵੇਲੇ ਪੰਡਿਤ ਮਾਸਟਰ ਤਾਰਾ ਸਿੰਘ ਨੇ ਸਟੇਟਮੈਂਟ ਦਿੱਤੀ ਕਿ ਹੁਣ ਮੈਨੂੰ ਪਤਾ ਲੱਗਿਆ ਵੀ ਮਾਈਗ੍ਰੇਸ਼ਨ ਦੇ ਬੇਸਿਸ ਦੇ ਉੱਤੇ ਵੀ ਸਟੇਟ ਐਸਟੈਬਲਿਸ਼ ਹੋ ਸਕਦੀ ਹੈ। ਬਟ ਨਾਓ ਦ ਅਪਰਚੁਨਿਟੀ ਵਾਸ ਗੋਨ ਐਂਡ ਤੁਸੀਂ ਐਡੀ ਬੜੀ ਮੈਸਿਵ ਮੈਜੋਰਿਟੀ ਦੇ ਸਬੋਰਡੀਨੇਸ਼ਨ 'ਚ ਆ ਗਏ, ਉਹਨਾਂ ਦੇ ਅੰਡਰ ਆ ਗਏ ਕਿ ਤੁਹਾਨੂੰ ਹੁਣ ਨਿਕਲਣਾ ਬਹੁਤ ਮੁਸ਼ਕਿਲ ਹੈ। ਕਿਤਨਾ ਖੂਨ ਖਰਾਬਾ ਸਿੱਖਾਂ ਦਾ ਹੋਇਆ ਨਵੰਬਰ 84 ਦੇ ਵਿੱਚ, ਕਿਤਨਾ ਕਲੂਕਾਰਾ ਹੋਇਆ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ। ਲਗਾਤਾਰ ਉਹ ਚੱਲ ਰਿਹਾ, ਵਿਦਾਊਟ ਐਨੀ ਬ੍ਰੇਕ, ਵਿਦਾਊਟ ਐਨੀ ਸੋਲਿਊਸ਼ਨ, ਵਿਦਾਊਟ ਐਨੀ ਸਾਲਵੇਸ਼ਨ, ਵਿਦਾਊਟ ਐਨੀ ਰਿਲੀਫ। ਤੋ ਸਿੱਖ ਇਜ਼ ਅ ਵਿਕਟਮ and an accused. This is the irony of the Sikh community since 1947 down up to the present. ਦੇਖੋ ਬੜੀ ਇੰਟਰਸਟਿੰਗ ਗੱਲ ਆ, ਇੰਡੀਅਨ ਸਿਸਟਮ ਦੇ ਵਿੱਚ ਜਿਸ ਦੇ ਵਿੱਚ ਫੇਅਰ ਪਲੇ ਨਹੀਂ ਹੈ, ਗੁਰੂ ਨਾਨਕ ਮਹਾਰਾਜ ਸਿੱਖੀਜ਼ਮ ਦਾ ਜਿਹੜਾ ਕਨਸੈਪਟ ਆ ਉਹ ਪਿਆਰ ਦੇ ਉੱਤੇ ਬਿਲਡ ਕਰ ਰਹੇ ਆ। ਪਿਆਰ ਵਰਡ ਵਿਊ ਆ ਸਿੱਖਾਂ ਦਾ, ਲਵ ਵਰਡ ਵਿਊ ਆ। ਕੀ ਹੈ? ਜੇ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮਿਲੀ ਆਓ, ਇਤ ਮਾਰਗ ਪੈਰ ਤਲੀਜੇ, ਸਿਰ ਦੀਜੇ ਕਾਂ ਨਾ ਕੀਜੇ। ਸਿੱਖਾਂ ਦਾ ਵਰਡ ਵਿਊ ਲਵ ਹੈ। ਲਵ ਦੇ ਨਾਲ ਹੀ ਤੁਸੀਂ ਇਕੁਐਲਿਟੀ
ਐਸਟੈਬਲਿਸ਼ ਕਰਕੇ ਲੋਕਾਂ ਨੂੰ, ਜਿਹੜੇ ਡਾਊਨ ਟ੍ਰੋਡਨ ਲੋਕ ਆ, ਜਿਹੜੇ ਵਿਚਾਰੇ ਸਪਰੈਸਡ ਲੋਕ ਆ, ਜਿਨ੍ਹਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ, ਜਿਨ੍ਹਾਂ ਨਾਲ ਇਨਜਸਟਿਸ ਹੋ ਰਿਹਾ ਇਸ ਸਿਸਟਮ ਦੇ ਵਿੱਚ ਫॉर द ਲਾਸਟ ਸੈਂਚੁਰੀਜ਼, ਉਹਨਾਂ ਨੂੰ ਤੁਸੀਂ ਪਿਆਰ ਦੇ ਨਾਲ, ਪਿਆਰ ਦੇ ਕਲਾਵੇ ਵਿੱਚ ਲੈ ਕੇ ਉਹਨਾਂ ਨੂੰ ਅਪਲਿਫਟ ਕਰਨਾ, ਉਹਨਾਂ ਨੂੰ ਕੌਨਫੀਡੈਂਸ ਦੇਣਾ ਦੈਟ ਵੀ ਆਰ ਇਕੁਅਲਸ। ਪਿਆਰ ਦੇ ਨਾਲ ਹੀ ਤੁਸੀਂ ਲੋਕਾਂ ਨੂੰ ਅਪਲਿਫਟ ਕਰ ਸਕਦੇ ਹੋ, ਉਹਨਾਂ ਨੂੰ ਸੈਲਫ ਕੌਨਫੀਡੈਂਸ ਦੇ ਸਕਦੇ ਹੋ, ਸਵਾਇਮਾਨ ਦੇ ਸਕਦੇ ਹੋ, ਸੈਲਫ ਪ੍ਰਾਈਡ, ਵਿਚ ਜਸਟਿਸ ਬੇਸਡ ਔਨ ਜਸਟਿਸ ਆਫ ਲਵ, ਜਸਟਿਸ ਆਫ ਫੇਅਰ ਪਲੇ, ਜਸਟਿਸ ਆਫ ਇਕੁਐਲਿਟੀ ਤੁਸੀਂ ਦੁਨੀਆ ਨੂੰ ਦੇਣੀ ਹੈ, ਔਰ ਵਿਚ ਇਜ਼ ਅ ਯੂਨੀਕ ਕਨਸੈਪਟ ਇਨ ਦੀ ਹਿਸਟਰੀ ਆਫ ਮੈਨਕਾਈਂਡ। ਔਰ ਉਸ ਦੇ ਉੱਤੇ ਉਹਨਾਂ ਨੇ ਆਪਣਾ ਰਾਜ ਐਸਟੈਬਲਿਸ਼ ਕੀਤਾ, ਜਿਸ ਦੇ ਵਿੱਚ ਕਿਸੇ ਦੇ ਨਾਲ ਕਿਸੇ ਕਿਸਮ ਦਾ ਇਨਜਸਟਿਸ ਨਹੀਂ ਹੋਇਆ, ਕਿਸੇ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਇਆ, ਸਭ ਨਾਲ ਪਿਆਰ ਦੇ ਕਲਾਵੇ ਵਿੱਚ ਲੈ ਕੇ ਇਕੁਐਲਿਟੀ ਦੇ ਕਨਸੈਪਟ ਨੂੰ ਐਮਬਰੇਸ ਕਰਕੇ ਲਵ ਲੈ ਕੇ ਆਏ, ਔਰ ਉਸ ਦੇ ਨਾਲ ਡਾਊਨ ਟ੍ਰੋਡਨ ਜਿਹੜੇ ਕਾਸ ਸੀ, ਜਿਹੜੀਆਂ ਇਸ ਕਿਸਮ ਦੀਆਂ ਕਲਾਸਿਸ ਸੀ, ਉਹਨਾਂ ਨੂੰ ਅਪਲਿਫਟ ਕਰਕੇ ਇੱਕ ਨਵਾਂ ਸਮਾਜ ਸਿਰਜਿਆ ਵਿਚ ਇਜ਼ ਯੂਨੀਕ ਇਨ ਦੀ ਹਿਸਟਰੀ ਆਫ ਮੈਨਕਾਈਂਡ। ਬੋਰਨ ਸੋਵਰਨ, ਸਿੱਖ ਬੋਰਨ ਸੋਵਰਨ ਆ, ਸਾਡਾ ਕਨਸੈਪਟ ਵੀ ਸੋਵਰਨ ਆ, ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸੋਵਰਨ ਸਿੰਬਲ ਆਫ ਸੋਵਰਨਿਟੀ ਹੈ। ਦੁਨੀਆ ਦੇ ਵਿੱਚ ਰਾਜ ਦੇਣਾ ਕਿਸ ਨੂੰ ਦੇਣਾ? ਜਿਹੜੇ ਲਤੜੇ ਹੋਏ ਸਮਾਜ ਆ, ਜਿਹੜੀ ਸਪਰੈਸਡ ਐਕਸਪਲੋਇਟਡ ਸੁਸਾਇਟੀ ਹੈ, ਉਸ ਨੇ ਸੋਵਰਨਿਟੀ ਪਲੇਬੀਅਨ ਥੋਟ, ਉਸ ਨੇ ਸੋਵਰਨਿਟੀ ਲੈ ਕੇ ਆਉਣਾ, ਕਿਉਂਕਿ ਗੁਰੂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਮਾਜ ਦੇ ਵਿੱਚ ਹਮੇਸ਼ਾ ਇਨਜਸਟਿਸ ਹੁੰਦਾ ਆਇਆ। ਜੇ ਤੁਹਾਡੇ ਕੋਲ ਰਾਜ ਨਹੀਂ ਹੋਏਗਾ ਤਾਂ ਤੁਹਾਡੇ ਨਾਲ ਬੇਇਨਸਾਫੀਆਂ ਹੋਣਗੀਆਂ, ਤੁਹਾਡੀ ਐਕਸਪਲੋਇਟੇਸ਼ਨ ਹੋਏਗੀ, ਤੁਹਾਡੇ ਨਾਲ ਧੱਕੇ ਹੋਣਗੇ, ਤੁਹਾਡੇ ਨਾਲ ਜ਼ੁਲਮੋ ਸਿਤਮ ਹੋਏਗਾ। ਸਾਰੇ ਦੁਨੀਆ ਦੇ ਜ਼ੁਲਮਾਂ ਸਿਤਮ ਦੇ ਲਈ ਜੇ ਤੁਹਾਡੇ ਕੋਲ ਅੱਜ ਰਾਈਟ ਤੇ ਲੈਜੀਟੀਮੇਸੀ ਕਿਸੇ ਹਥਿਆਰ ਦੀ ਹੈ, ਉਹੀ ਤੁਹਾਨੂੰ ਸਰਵਾਈਵ ਕਰਾਏਗੀ। ਦੇਖੋ, ਗੁਰੂ ਦਾ ਬਹੁਤ ਬੜਾ ਸੰਕਲਪ ਆ, ਜਿਹੜੀ ਦੁਨੀਆ ਹਲੇ ਵੀ ਨਹੀਂ ਸਮਝਣ ਤੋਂ ਅਧੂਰੀ ਆ। ਕਿਸ ਤਰੀਕੇ ਦੇ ਨਾਲ ਅਸੀਂ ਇੱਕ ਈਡੀਅਮ ਯੂਜ਼ ਕਰਦੇ ਹਾਂ ਕਿ ਉਸ ਕੌਮ ਨੇ, ਉਸ ਕਮਿਊਨਿਟੀ ਨੇ, ਉਸ ਫੌਜ ਨੇ ਸਰੈਂਡਰ ਆਫ ਆਰਮਸ, ਹਥਿਆਰ ਸਿੱਟ ਦਿੱਤੇ, ਅਸੀਂ ਗੱਲ ਕਹਿੰਦੇ ਹਾਂ, ਉਹ ਹਾਰ ਗਏ। ਗੁਰੂ ਨੇ ਕਮਾਲ ਕਰ ਦਿੱਤੀ, ਜਿਹੜੇ ਗੁਰੂ ਨੇ ਕਿਰਪਾਨ ਦਾ ਇਨਸਿਗਨੀਆ ਦਿੱਤਾ ਸਿੱਖ ਕੌਮ ਨੂੰ, ਔਰ ਉਹਨਾਂ ਨੂੰ ਇਹ ਗੱਲ ਸੰਦੇਸ਼ਾ ਦਿੱਤਾ ਵੀ ਇਸ ਨੂੰ ਵੱਖ ਨਹੀਂ ਕਰਨਾ, ਇਹ ਤੁਸੀਂ ਅਲੱਗਾ ਨਹੀਂ ਕਰਨੀ, ਇਸ ਨੂੰ ਸਰੈਂਡਰ ਨਹੀਂ ਕਰਨਾ। ਸਿੱਖ ਨੇ ਤਾਂ ਕਦੇ ਸਰੈਂਡਰ ਕੀਤਾ ਹੀ ਨਹੀਂ, ਨਾ ਕਰ ਸਕਦਾ। ਜੇ ਉਹ ਗੁਰੂ ਦੇ ਆਸ਼ੇ ਤੇ ਚੱਲ ਰਿਹਾ ਤਾਂ ਜੇ ਕਿਰਪਾਨ ਸਾਡੀ ਪਾਰਟ ਐਂਡ ਪਾਰਸਲ ਹੈ, ਜਿਹੜੀ ਸਾਡੀ ਸਪਿਰਿਚੁਅਲ ਸਿੰਬਲ ਆ, ਜਿਹੜਾ ਸਾਡਾ ਧਾਰਮਿਕ ਸਿੰਬਲ ਆ, ਜਿਹੜਾ ਸਾਡਾ ਸਮਾਜਿਕ ਸਿੰਬਲ ਆ, ਅਸੀਂ ਤਾਂ ਸਰੈਂਡਰ ਕੀਤਾ ਨਹੀਂ, ਸਰੈਂਡਰ ਹੋਰਾਂ ਨੇ ਕੀਤਾ ਹੋਣਾ। ਤੋ ਅੱਜ ਵੀ ਸਿੱਖ ਜਿਹੜਾ ਹੈ ਉਹ ਜ਼ਿੰਦਾ ਤਾਂ ਹੈ ਜੇ ਉਸ ਦੇ ਕੋਲ ਆਪਣੀ ਸੈਲਫ ਸਟੀਮ ਲਈ, ਸਵਾਇਮਾਨ ਦੇ ਲਈ ਕਿਰਪਾਨ ਉਸ ਦੇ ਕੋਲ ਹੈ। ਕਿਰਪਾਨ ਇੱਕ ਸਵਰਨਿਟੀ ਦਾ ਸਿੰਬਲ ਹੈ। ਕਿਰਪਾਨ ਸਾਡਾ ਪਾਰਟ ਐਂਡ ਪਾਰਸਲ ਆਫ ਲਾਈਫ ਹੈ, ਗੁਰੂ ਨੇ ਦਿੱਤਾ ਹੋਇਆ, ਇਸ ਨੂੰ ਅਸੀਂ ਵੱਖ ਨਹੀਂ ਕਰ ਸਕਦੇ। ਔਰ ਇਸੇ ਕਰਕੇ ਆਰਟੀਕਲ 25 ਦੇ ਵਿੱਚ ਤੁਹਾਨੂੰ ਲੈਜੀਟੀਮੇਟ ਲੀਗਲ ਰਾਈਟ ਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ। ਅੱਜ ਸਾਰੇ ਦੁਨੀਆ ਦੇ ਸਿਸਟਮ, ਜਿਹੜੀ ਡੈਮੋਕ੍ਰੇਸੀ ਆ, ਉਹ ਇੱਕ ਫੇਕ ਹੋ ਚੁੱਕੀ ਹੈ, ਜਿਸ ਦੇ ਵਿੱਚ ਮਿਨੋਰਟੀਜ਼ ਦੇ ਨਾਲ ਹਰ ਕਿਸਮ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ, ਹਰ ਐਂਗਲ ਤੋਂ ਐਕਸਪਲੋਇਟੇਸ਼ਨ ਹੋ ਰਹੀ ਹੈ ਆਲ ਓਵਰ ਦਾ ਵਰਲਡ। ਪਰ ਇੱਕ ਵਰਲਡ ਵਿਊ ਹੈ ਸਿੱਖਾਂ ਦਾ, ਜਿਸ ਨੇ ਸਰਵਾਈਵ ਕਰਨਾ, ਜਿਸ ਨੇ ਸਾਲਵੇਸ਼ਨ ਦੇਣੀ ਆ ਟੂ ਦੀ ਸਪਰੈਸਡ ਕਲਾਸਿਸ, ਟੂ ਦੀ ਐਕਸਪਲੋਇਟਡ ਪੀਪਲ। ਤੋ ਉਸ ਜਿਹੜੀ ਵਾਈਬ੍ਰੈਂਟ ਰਿਪਬਲਿਕ ਹੋਏਗੀ, based on the law of love, based on the law of justice, based on the law of fair play, ਉਹ ਹੈ ਸਿੱਖਾਂ ਦੇ ਕੋਲ। ਸਿੱਖਾਂ ਦੇ ਕੋਲ ਇਸ ਕਿਸਮ ਦਾ ਵਰਲਡ ਵਿਊ ਹੈ ਜਿਹੜਾ ਦੁਨੀਆ ਦੇ ਸਾਰੇ ਸਿਸਟਮ ਫੇਲ ਹੋ ਚੁੱਕੇ ਆ। ਡੈਮੋਕ੍ਰੇਸੀ ਫੇਲ ਹੋ ਚੁੱਕੀ ਆ, ਇਸੇ ਤਰ੍ਹਾਂ ਆਟੋਕ੍ਰੇਸੀ ਫੇਲ ਹੋ ਚੁੱਕੀ ਆ, ਇਸੇ ਤਰੀਕੇ ਨਾਲ ਡਿਕਟੇਟਰਸ਼ਿਪ ਫੇਲ ਹੋ ਚੁੱਕੀ ਆ, ਸੋਸ਼ਲਿਜ਼ਮ ਦੀ ਜਿਹੜੀ ਕਨਸੈਪਟ ਆਫ ਕਮਿਊਨਿਜ਼ਮ ਹੈ ਉਹ ਫੇਲ ਹੋ ਚੁੱਕੇ ਆ। ਅੱਜ ਸਿੱਖਾਂ ਦੇ ਕੋਲ ਉਸ ਕਿਸਮ ਦਾ ਵਰਲਡ ਵਿਊ ਆ। ਸਿੱਖ ਜਿਹੜਾ ਉਹ ਸਟੇਟ ਦਾ ਪੁਜਾਰੀ ਨਹੀਂ, ਸਿੱਖ ਲੋਕਾਂ ਨੂੰ ਰਾਹਤ ਦੇਣ ਲਈ ਇੱਕ ਐਸੀ ਵਾਈਬ੍ਰੈਂਟ ਰਿਪਬਲਿਕ ਦਾ ਸਪੋਰਟਰ ਆ, ਇੱਕ ਐਸੀ ਰਿਪਬਲਿਕ ਦਾ ਵਾਈਬ੍ਰੈਂਟ ਰਿਪਬਲਿਕ ਦਾ ਉਹ ਫੋਲੋਅਰ ਆ ਕਿ ਉਸ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਦੇ ਨਾਲ ਧੱਕਾ ਨਹੀਂ ਹੋ ਸਕਦਾ, ਕਿਉਂਕਿ ਸਾਡਾ ਜਿਹੜਾ ਲੀਡਰ ਆ
ਲਿਵਿੰਗ ਕਾਰਪੋਰੇਟ ਗੁਰੂ ਆ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ, ਸ਼ਬਦ ਗੁਰੂ ਹੈ। ਔਰ ਸ਼ਬਦ ਗੁਰੂ ਦੇ ਵਿੱਚ ਗੁਰੂ ਦੀ ਜਿਹੜੀ ਗ੍ਰੇਟਨੈਸ ਤੇ ਯੂਨੀਕਨੈਸ ਆ, ਉਸ ਨੇ ਸਾਰੀ ਚੀਜ਼ ਬੰਨ੍ਹ ਕੇ ਰੱਖ ਦਿੱਤੀ। ਉਹ ਸਾਡਾ ਕਨਸਟੀਟਿਊਸ਼ਨ ਹੈ, ਉਹ ਸਾਡਾ ਈਮਾਨ ਹੈ, ਉਹ ਸਾਡਾ ਧਰਮ ਹੈ, ਉਹ ਸਾਡਾ ਸਮਾਜ ਦਾ ਕਨਸੈਪਟ ਹੈ। ਉਸ ਦੇ ਹਰ ਦੁਨੀਆ ਦੀ ਚੀਜ਼ ਉਸ ਦੇ ਵਿੱਚ। ਕਿਸ ਤਰ੍ਹਾਂ ਤੁਸੀਂ ਜੀਵਨ ਜਾਂਚ ਤੁਹਾਡੀ ਕੀ ਹੈ, ਕਿਸ ਤਰ੍ਹਾਂ ਤੁਸੀਂ ਰਹਿਣਾ, ਕਿੰਨਾ ਕੁ ਤੁਸੀਂ ਸੌਣਾ, ਕੀ ਕਿਸਮ ਦਾ ਤੁਸੀਂ ਖਾਣਾ, ਕੋਈ ਚੀਜ਼ ਐਸੀ ਹੈ ਜਿਹੜੀ ਉਸ ਦੇ ਵਿੱਚ ਨਹੀਂ ਹੈ ਜੀ। ਹਾਂਜੀ, ਅਕਸਰ ਸਿੱਖਾਂ ਦੇ ਵਿੱਚ ਹੁਣ ਵੀ ਬੜੀ ਪ੍ਰਚਲਿਤ ਗੱਲ ਆ ਵੀ ਸਿੱਖ ਕਮਿਊਨਿਟੀ ਲੀਡਰਲੈਸ ਆ। ਮੈਂ ਸਮਝਦਾ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਉਹ ਅਣਭੋਲ ਆ, ਉਹ ਗੱਲ ਹੀ ਨਹੀਂ ਸਮਝ ਰਹੇ। ਸਿੱਖਾਂ ਨੂੰ ਤਾਂ ਗੁਰੂ ਨੇ ਲੀਡਰ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਸਿੱਖਾਂ ਨੂੰ ਦੇ ਦਿੱਤਾ ਗੁਰੂ ਨੇ, ਜਿਹੜਾ ਨਾ ਉਹਨੂੰ ਹਾਰਮ ਕਰ ਸਕਦਾ ਕੋਈ, ਨਾ ਉਹ ਮਿਟ ਸਕਦਾ ਇਸ ਦੁਨੀਆ ਦੇ ਵਿੱਚੋਂ। ਔਰ ਉਹ ਇਟਰਨਲ ਹੈ, ਲਿਵਿੰਗ ਕਾਰਪੋਰੇਟ ਗੁਰੂ ਆ, ਇਟਰਨਲ ਆ। ਔਰ ਉਹ ਗੁਰੂ ਆ ਜਿਹੜਾ, ਉਹ ਸਿੱਖਾਂ ਦਾ ਹੀ ਗੁਰੂ ਨਹੀਂ, ਉਹ ਮਾਨਵਤਾ ਦਾ ਗੁਰੂ ਆ, ਇਨਸਾਨੀਅਤ ਦਾ, ਸਰਬੱਤ ਦੇ ਭਲੇ ਦਾ ਗੁਰੂ ਆ। ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ। ਤੋ ਸਿੱਖਾਂ ਕੋਲ ਇਸ ਕਿਸਮ ਦਾ ਗੁਰੂ ਆ ਜਿਹਦੇ ਤੇ ਕੋਈ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ, ਜਿਹਦੇ 'ਚ ਕੋਈ ਔਗਣ ਹੈ ਹੀ ਨਹੀਂ। ਉਹ ਗੁਣਾਂ ਦਾ ਭਰਿਆ ਵਿਆ। ਉਹਨੂੰ ਖੋਲ ਕੇ ਤਾਂ ਦੇਖ ਲਓ, ਉਹਨੂੰ ਸਮਝ ਕੇ ਤਾਂ ਦੇਖ ਲਓ, ਉਹਦੀ ਲੀਡਰਸ਼ਿਪ ਐਕਸੈਪਟ ਕਰਕੇ ਤਾਂ ਦੇਖ ਲਓ। ਕੋਈ ਵੀ ਮੋਰਚਾ ਸਿੱਖਾਂ ਨੇ ਜਿੰਨੇ ਮੋਰਚੇ ਲਾਏ ਆ, ਉਹ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਚਲਾ ਰਿਹਾ। ਪਹਿਲਾਂ ਅਰਦਾਸ ਕਰਦੇ ਆ, ਮੋਰਚੇ ਤੋਂ ਚੱਲਣ ਤੋਂ ਪਹਿਲਾਂ ਸਿੱਖ ਅਰਦਾਸ ਕਰਦਾ। ਤੋ ਅੱਜ ਜੇ ਸਾਰਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਉਸ ਨੂੰ ਆਪਣਾ ਲੀਡਰ ਮੰਨ ਕੇ, ਉਸ ਨੂੰ ਆਪਣਾ ਰਹਿਨੁਮਾ ਮੰਨ ਕੇ ਚੱਲੇਗਾ ਕਿ ਹੋਰ ਕਿਸੇ ਲੀਡਰ ਦੀ ਲੋੜ ਨਹੀਂ। ਜਿਹੜੇ ਲੀਡਰ ਆ ਉਹਨਾਂ ਤੋਂ ਤਾਂ 100 ਕਿਸਮ ਦੀ ਗਲਤੀ, ਉਹਨਾਂ ਦੇ ਆਪਣੇ ਸਵਾਰਥ ਦੇਖ ਲਏ, ਤੁਸੀਂ ਦੇਖ ਲਏ, ਸਵਾਰਥੀ ਲੀਡਰ ਤੁਸੀਂ ਦੇਖ ਲਏ। ਤੇ ਇਹਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਤਾਂ ਕੋਈ ਸਵਾਰਥ ਹੈ ਨਹੀਂ। ਤੋ ਸਿੱਖਾਂ ਨੂੰ ਇਸ ਗੱਲ ਲਈ ਖੁਸ਼ ਹੋਣਾ ਚਾਹੀਦਾ, ਇਸ ਗੱਲ ਲਈ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਨੂੰ ਇਤਮਾਨਾਨ ਹੋਣਾ ਚਾਹੀਦਾ ਕਿ ਸਾਨੂੰ ਗੁਰੂ ਇਸ ਕਿਸਮ ਦਾ ਲੀਡਰ ਦੇ ਗਿਆ ਜਿਹਦੇ ਤੇ ਕੋਈ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਤੋ ਜਿਹੜੇ ਲੀਡਰ ਹੈਗੇ ਆ ਵਿਚਰ ਰਹੇ ਆ, ਉਹਨਾਂ 'ਚ 100 ਔਗਣ ਆ, ਉਹਨਾਂ 'ਚ ਸਵਾਰਥ ਭਰੇ ਹੋਏ ਆ। ਉਹਨਾਂ ਨੇ ਤਾਂ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ, ਉਹਨਾਂ ਨੇ ਕੌਮ ਨੂੰ ਕਿਸ ਤਰੀਕੇ ਨਾਲ ਐਕਸਪਲੋਇਟ ਕੀਤਾ। ਹੁਣ ਇਸੇ ਤਰੀਕੇ ਨਾਲ ਚੀਫ ਮਿਨਿਸਟਰ ਬਣੇ, ਕਿੰਨੇ 17-18 ਬਣ ਗਏ। ਇੱਕ ਤੋਂ ਵੱਧ ਇੱਕ ਨਲਾਇਕ ਆ। ਕਿਉਂ ਨਲਾਇਕ ਆ? ਕਿਉਂਕਿ ਸਿੱਖ ਉਹਨਾਂ ਨੂੰ ਲੀਡਰ ਮੰਨਦੇ ਆ। ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ, ਉਹਨਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੇ ਆ। ਮੈਂ ਇੱਕ ਆਰਟੀਕਲ ਲਿਖਿਆ ਸੀਗਾ, ਜਿਸ ਆਰਟੀਕਲ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਸਿੱਖ ਗੁਰੂ ਤੋਂ ਬੇਮੁਖ ਹੋ ਗਿਆ, ਪਰ ਗੁਰੂ ਨੇ ਸਿੱਖ ਦਾ ਥਾਪੜਾ ਰੱਖਿਆ ਹੋਇਆ। ਔਰ ਸਿੱਖ ਜਿਹੜਾ ਗੁਰੂ ਹੈ ਉਹ ਸਿੱਖ ਦੇ ਉੱਤੇ ਥਾਪੜਾ ਦੇ ਰਿਹਾ, ਸਿੱਖ ਦੀ ਰਹਿਨਮਾਈ ਕਰ ਰਿਹਾ, ਸਿੱਖ ਦੀ ਪ੍ਰੋਟੈਕਸ਼ਨ ਕਰ ਰਿਹਾ, ਸਿੱਖ ਦਾ ਡਿਫੈਂਸ ਕਰ ਰਿਹਾ। ਜੇ ਅਸੀਂ ਜਿਉਂਦੇ ਆ ਨਾ ਖਾਲਸਾ ਜੀ, ਇਸੇ ਕਰਕੇ ਜਿਉਂਦੇ ਆ ਕਿ ਸਾਡੇ ਕੋਲ ਇਸ ਕਿਸਮ ਦਾ ਲੀਡਰ ਹੈ, ਉਹ ਕਦੇ ਬੇਮੁਖ ਨਹੀਂ ਹੋਏਗਾ। ਕਿਉਂਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਇਤਿਹਾਸ ਆ, ਸੁਨਹਿਰਾ ਇਤਿਹਾਸ ਆ। ਔਰ ਐਸਾ ਵੱਡਾ ਇਤਿਹਾਸ ਆ, ਕਿੱਥੋਂ ਆ ਗਏ, ਕਿੰਨੇ ਥੋੜ੍ਹੇ ਅਰਸੇ ਦੇ ਵਿੱਚ ਆ ਗਏ, ਔਰ ਕਿੰਨੀ ਹਿੰਮਤ ਦੇ ਨਾਲ ਆ ਗਏ, ਕਿੰਨੀ ਜੁਰਤ ਦੇ ਨਾਲ ਆ ਗਏ, ਕਿਤਨੇ ਵੱਡੇ ਅਸੂਲਾਂ ਦੇ ਆਧਾਰ 'ਤੇ ਆ ਗਏ। ਦਿਸ ਇਜ਼ ਦੀ ਯੂਨੀਕਨੈਸ ਐਂਡ ਦੀ ਗ੍ਰੈਂਡਰ ਆਫ ਸਿੱਖਿਜ਼ਮ। ਔਰ ਉਹ ਸਾਰੇ ਦੀ ਸਾਰੀ ਜਿਹੜੀ ਦਿੱਤੀ ਆ ਸਾਨੂੰ, ਇਹ ਤਾਕਤ ਦਿੱਤੀ ਹੈ, ਗੁਰੂ ਨੇ ਦਿੱਤੀ ਹੈ, ਇਹ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਗੁਰੂ ਤੋਂ ਕਦੇ ਵੀ ਬੇਮੁਖ ਨਾ ਹੋਈਏ, ਉਹਦਾ ਸਤਿਕਾਰ ਕਰੀਏ, ਉਹਦਾ ਪਿਆਰ ਕਰੀਏ, ਔਰ ਉਹਦੀਆਂ ਜਿਹੜੀਆਂ ਪਾਈਆਂ ਹੋਈਆਂ ਲੀਹਾਂ ਉਹਨਾਂ 'ਤੇ ਚੱਲ ਕੇ ਮਾਨਵਤਾ ਨੂੰ ਕੋਈ ਨਾ ਕੋਈ ਸੁੱਖ ਦਈਏ, ਉਹਦੀ ਹੈਲਪ ਕਰੀਏ, ਗਰੀਬਾਂ ਦੀ, ਲਤੜੇ ਹੋਏ ਸਮਾਜ ਦੀ। ਤਾਂ ਭਰੋਸਾ ਰੱਖੋ ਰੱਬ ਦਾ ਕਿ ਤੁਹਾਨੂੰ ਗੁਰੂ ਸਮੱਤ ਬਖਸ਼ੇ, ਤੁਹਾਨੂੰ ਇਸ ਕਿਸਮ ਦੀ ਤਾਕਤ ਬਖਸ਼ੇ ਕਿ ਤੁਸੀਂ ਉਸ ਨੂੰ ਐਕਸੈਪਟ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹੋ। ਔਰ ਚੜ੍ਹਦੀ ਕਲਾ ਸਿੱਖ ਨੇ ਰਹਿਣੀ ਹੈ ਜੇ ਉਸ ਨੇ ਐਕਸੈਪਟੈਂਸ ਆਫ ਦੀ ਵਿਲ, ਭਰੋਸਾ ਰੱਬ ਤੇ, ਭਰੋਸੇ ਦਾ ਦਾਨ ਲੈ ਲਿਆ ਔਰ ਉਹ ਆਪਣੇ ਪੱਲੇ ਵਿੱਚ ਪਾ ਲਿਆ। ਉਹ ਬਹੁਤ ਵੱਡੀ ਜਾਇਦਾਦ ਆ, ਬਹੁਤ ਵੱਡੀ ਚੀਜ਼ ਆ, ਜਿਸ ਦਾ ਕੋਈ ਮੁੱਲ ਨਹੀਂ, ਜਿਸ ਦਾ ਕੋਈ ਸਾਨੇ ਨਹੀਂ।
ਅਸੀਂ ਕਿੱਥੋਂ ਤੁਰੇ ਤੇ ਕਿੱਥੇ ਆ ਪਹੁੰਚੇ। ਸਾਡੀ ਅਗਲੀ ਪੀੜ੍ਹੀ ਸਾਡੀ ਨਾ ਸਮਝੀ ਨੈਤਿਕ ਗਿਰਾਵਟ ਤੇ ਆਲਸ ਦੀ ਕੀਮਤ ਅਦਾ ਕਰੇਗੀ। ਸਾਡੀ ਕੌਮ ਦੇ ਮਹਾਨ ਫਲਸਫੇ ਜੋ ਕਈ ਪੀੜ੍ਹੀਆਂ ਨੇ ਬਣਾਏ, ਕੌਮਤਾਂ ਆਪਣੇ ਲਾਲਚ, ਚੌਧਰ ਤੇ ਨਾਰਸਿਜ਼ਮ ਲਈ ਇੱਕ ਪਲ ਵਿੱਚ ਮਿਟਾ ਦਿੰਦੀਆਂ ਹਨ। ਸਾਡੀਆਂ ਮੁਸੀਬਤਾਂ ਦਾ ਹੱਲ ਉੱਭਰੇਗਾ ਜਦੋਂ ਸਾਡਾ ਮਨ ਪੱਖਪਾਤ ਤੇ ਨਫ਼ਰਤ ਤੋਂ ਮੁਕਤ ਹੋਏਗਾ। ਦੁਨੀਆ ਸਾਡਾ ਸਤਿਕਾਰ ਕਰੇਗੀ ਤੇ ਸਾਡੇ ਨੇਤਾ ਤੇ ਆਗੂ ਹਰ ਲੈਵਲ ਤੇ ਲਾਇਕ ਹੋਣਗੇ। ਸਿੱਖ ਦੀ ਦੇਣ ਪੰਜਾਬੀ ਖਾਣਾ, ਭੰਗੜਾ ਤੇ ਉਹਨਾਂ ਦੇ ਖੁਸ਼ਹਾਲ ਸੁਭਾਅ ਤੋਂ ਕਿਤੇ ਵੱਧ ਹੈ। ਉਹਨਾਂ ਦੀ ਸਭ ਤੋਂ ਵੱਡੀ ਦੇਣ ਵਿਲੱਖਣ ਪ੍ਰਸ਼ਾਸਨ ਤੇ ਰਾਜ ਦਾ ਪਰਖਿਆ ਹੋਇਆ ਮਾਡਲ ਹੈ, ਜਿਸ ਨੂੰ ਦੁਨੀਆ ਸਭ ਤੋਂ ਵਧੀਆ ਮੰਨਦੀ ਹੈ। ਅਸੀਂ ਔਰਵੈਲੀਅਨ ਨਿਊ ਲਿਬਰਲ ਦੁਨੀਆ ਵਿੱਚ ਰਹਿੰਦੇ ਹਾਂ, ਜਿੱਥੇ ਸਿਰਫ ਝੂਠ ਬੋਲ ਕੇ ਆਵਾਮ ਨੂੰ ਗੁੰਝਲਾਂ ਵਿੱਚ ਪਾਉਣਾ ਜਾਂ ਗਲਤ ਰਸਤੇ ਲੈ ਜਾਣ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਆਗਿਆ ਨਹੀਂ ਹੈ। ਜੋ ਵੇਖੇ ਨਹੀਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਬਦਨਾਮ ਕੀਤਾ ਜਾਂਦਾ ਹੈ। ਸਾਡਾ ਇਤਿਹਾਸ ਬਦਲਿਆ ਗਿਆ ਤੇ ਫਿਰ ਇਹ ਵੀ ਭੁਲਾ ਦਿੱਤਾ ਗਿਆ ਕਿ ਕੀ ਕੁਝ ਬਦਲਿਆ ਗਿਆ। ਝੂਠ ਸੱਚ ਬਣ ਕੇ ਰਹਿ ਗਿਆ। ਅੱਜ ਸਾਰਾ ਸੰਸਾਰ ਸੁਰੱਖਿਆ ਤੇ ਖੁਸ਼ਹਾਲੀ ਦੀ ਤਲਾਸ਼ ਕਰ ਰਿਹਾ ਹੈ। ਬਰਾਬਰੀ ਅਤੇ ਸੋਸ਼ਲ ਜਸਟਿਸ ਦੀ ਘਾਟ ਤੋਂ ਸਾਰਾ ਸੰਸਾਰ ਰੋ ਰਿਹਾ ਹੈ। ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਵਿਖੇ ਖਾਲਸਾ ਦੀ ਪਹਿਲੀ ਰਾਜਧਾਨੀ ਦੀ ਸਥਾਪਨਾ ਕੀਤੀ, ਜਿੱਥੇ ਸਿੱਖ ਫਲਸਫੇ ਦੀ ਲੋਅ ਹਰ ਕਾਲੀ ਰਾਤ ਲੋੜਵੰਦ ਨੂੰ ਬੁਲਾਉਂਦੀ ਤੇ ਸ਼ਰਨ ਦਿੰਦੀ ਸੀ। ਅੱਜ ਵੀ ਉਹ ਜਜ਼ਬਾ ਤੇ ਫਲਸਫਾ ਹਰ ਗੁਰੂ ਦੇ ਸਿੱਖ ਵਿੱਚ ਹੈ। ਸਾਡੇ ਕੋਲ ਇਸ ਧਰਤੀ ਦੇ ਹਰ ਧਰਮ ਦੇ ਮੂਲ ਨਿਵਾਸੀਆਂ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਇਕਜੁੱਟ ਕਰਨ ਵਾਲਾ ਇੱਕ ਮੁੱਦਾ ਤੇ ਇੱਕ ਝੰਡਾ ਹੈ। ਸਾਡੇ ਕੋਲ ਪਰਖਿਆ ਹੋਇਆ ਆਪਣਾ ਜੱਦੀ ਤੇ ਸ਼ਾਨਦਾਰ ਸੋਸ਼ੀਓ ਇਕਨੋਮਿਕ ਪੋਲੀਟੀਕਲ ਮਾਡਲ ਹੈ। ਇਸ ਧਰਤੀ ਦੇ ਮੂਲ ਨਿਵਾਸੀ ਇਸੇ ਫਲਸਫੇ ਦੇ ਸਿੰਘ ਉਭਰਨ ਦੀ ਇੰਤਜ਼ਾਰ ਵਿੱਚ ਹੈ। ਖਾਲਸਾ ਜੀ, ਆਪਣੀ ਕਿਸਮਤ ਆਪਣੇ ਹੱਥ ਵਿੱਚ ਲਓ, ਅੱਗੇ ਨੂੰ ਵਧੋ, ਇਤਿਹਾਸ ਬਣਾਓ।